ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ। ਇਹਨਾਂ ਦੇ ਨਾਲ ਸਰਦਾਰ ਜਗਤਾਰ ਸਿੰਘ ਜੀ ਇੰਡੀਅਨ ਐਕਸਪ੍ਰੈਸ ਤੋਂ ਔਰ UNI ਤੋਂ ਸਰਦਾਰ ਜਸਪਾਲ ਸਿੰਘ ਜੀ ਸਿੱਧੂ। ਆਪ ਜੀ ਨੂੰ ਸਾਰਿਆਂ ਨੂੰ ਜੀ ਆਇਆਂ। ਥੈਂਕ ਯੂ। ਧੰਨਵਾਦ, ਸ਼ੁਕਰੀਆ ਜੀ। ਪੰਜਾਬ ਦੀ ਰਾਜਨੀਤੀ 'ਚ ਭੁਚਾਲ ਲਿਆ ਦੇਣ ਵਾਲੇ ਘਟਨਾਕ੍ਰਮ ਬੇਅਦਬੀ ਮਾਮਲੇ ਇੱਕ ਵਾਰੀ ਫਿਰ ਇੱਕ ਨਵੇਂ ਦੌਰ 'ਚ ਦਾਖਲ ਹੋ ਗਿਆ। ਡੇਰਾ ਸਿਰਸਾ ਦੇ ਪ੍ਰੇਮੀ ਜਿਹੜੀ ਐਪਲੀਕੇਸ਼ਨ ਪਾਉਂਦੇ ਆ ਉਹਦੇ ਉੱਤੇ ਸੁਪਰੀਮ ਫੈਸਲਾ ਆਉਂਦਾ। ਪੰਜਾਬ ਦੀ ਅਦਾਲਤ ਫਰੀਦਕੋਟ ਦੇ ਵਿੱਚੋਂ ਇਹਨਾਂ ਮਾਮਲਿਆਂ ਨੂੰ ਸ਼ਿਫਟ ਕਰਨ ਦੀ ਬੇਨਤੀ ਪ੍ਰਵਾਨ ਕਰ ਲਈ ਗਈ ਹੈ ਕਿ ਇਹ ਸਟੇਟ ਦੀ ਮਸ਼ੀਨਰੀ, ਖਾਸ ਤੌਰ ਤੇ ਕਾਨੂੰਨੀ ਮਸ਼ੀਰ ਸਾਡੇ, ਉਹਨਾਂ ਦਾ ਫੇਲੀਅਰ ਮੰਨਿਆ ਜਾਊਗਾ। ਸਰਕਾਰ ਦੀ ਅਪਰੋਚ ਨੂੰ ਕਟਹਿਰੇ 'ਚ ਰੱਖਿਆ ਜਾਊਗਾ। ਉਹ ਆਪਣੇ ਸਟੈਂਡ ਨੂੰ ਡਿਫੈਂਡ ਕਰਨ ਦੇ ਵਿੱਚ ਨਾਕਾਮਯਾਬ ਹੋਏ ਨੇ। ਕੀ ਅਮਨ ਕਾਨੂੰਨ ਦੀ ਸਥਿਤੀ ਵੀ ਕਟਹਿਰੇ 'ਚ ਆਈ ਹੈ? ਇਹਦੇ ਨਾਲ ਕਈ ਸਵਾਲ ਵਿਵਸਥਾ ਤੇ ਖੜੇ ਹੋਏ ਆ ਕਿ ਦੋ ਜਾਂਚਾਂ ਇਸ ਤੋਂ ਬਾਅਦ, ਕਿਉਂਕਿ ਬੁਨਿਆਦੀ ਕੇਸ ਗੁਰੂ ਮਹਾਰਾਜ ਦੇ ਸਰੂਪ ਚੋਰੀ ਹੋਣ ਤੋਂ ਲੈ ਕੇ ਬੇਅਦਬੀ ਹੋਣ ਤੱਕ ਦਾ, ਇਸ ਤੋਂ ਬਾਅਦ ਦੀਆਂ ਘਟਨਾਵਾਂ ਜਿਨ੍ਹਾਂ 'ਚ 2 SIT LK ਯਾਦਵ ਔਰ 9 ਨਿਹਾਲ ਸਿੰਘ ਵਾਲੀ ਕੰਮ ਕਰ ਰਹੀਆਂ ਨੇ, ਕੀ ਉਹ ਵੀ ਅਸਰਅੰਦਾਜ਼ ਹੋਣਗੀਆਂ? ਇਸ ਕੇਸ ਦੇ ਤਬਦੀਲ ਹੋਣ ਤੋਂ ਬਾਅਦ ਕੀ ਦੂਜੇ ਮਾਮਲੇ ਵੀ ਪ੍ਰਭਾਵਿਤ ਹੋ ਜਾਣਗੇ? ਕੋਟਕਪੂਰਾ ਮਾਮਲੇ ਦੇ ਵਿੱਚ ਚਾਰਜ ਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ, ਵੱਡੇ ਬੰਦਿਆਂ ਦੇ ਨਾਮ ਵਿੱਚ ਨੇ। ਔਰ ਬਹਿਬਲ ਕਲਾਂ SIT 9 ਨਿਹਾਲ ਸਿੰਘ ਵਾਲੀ ਦੀ ਰਿਪੋਰਟ ਲਗਭਗ ਮੰਨੀ ਜਾ ਰਹੀ ਹੈ ਕਿ ਕਿਸੇ ਸਮੇਂ ਵੀ ਦਾਖਲ ਕੀਤੀ ਜਾ ਸਕਦੀ ਹੈ। 9 ਨਿਹਾਲ ਸਿੰਘ ਨੂੰ ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਵੀ ਕੀਤਾ ਗਿਆ। ਇਹ ਸਾਰੇ ਮਾਮਲੇ ਤੇ ਅਸੀਂ ਅੱਗੇ ਵਧਣਾ ਹੈ ਕਿਉਂਕਿ ਇਹ ਤਿੰਨੋਂ ਮਾਹਿਰ ਲਗਾਤਾਰ ਰਿਪੋਰਟ ਵੀ ਕਰਦੇ ਆ ਰਹੇ ਆ, ਇਹਨੂੰ ਸਮਝਣ ਦੇ ਯਤਨ 'ਚ ਵੀ ਨੇ, ਇਤਿਹਾਸ ਦੇ ਜਾਣਕਾਰ ਵੀ ਨੇ। ਸਮਝਦੇ ਆ ਕਿ ਇਹਦੇ ਅਸਰ ਦੂਰ ਰਸ ਕਿਹੋ ਜਿਹੇ ਹੋਣ ਵਾਲੇ ਆ। ਇਨਸਾਫ ਦੂਰ ਹੋ ਗਿਆ ਜਾਂ ਨੇੜੇ ਹੋ ਗਿਆ? ਪਹਿਲਾਂ ਚੱਲਦੇ ਕੇਸ ਔਰ ਪਹਿਲਾਂ ਹੁਣ ਤੱਕ ਦੀਆਂ ਗਵਾਹੀਆਂ, ਇਹ ਸਾਰੀਆਂ ਚੀਜ਼ਾਂ ਨਵੇਂ ਸਿਰੇ ਹੋਣਗੀਆਂ? ਕਿਵੇਂ ਚੱਲੂਗਾ? ਇਹਦੇ ਉੱਤੇ ਜਾਣਦੇ ਆ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਇੱਕ ਛੋਟੀ ਜਿਹੀ ਜਾਣਕਾਰੀ ਜਿਹੜੀ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਨੀ ਹੈ। ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਅਸਤੀਫਾ ਦੇ ਦਿੰਦੇ ਆ ਔਰ ਉਹ ਅਸਤੀਫਾ ਤੁਰੰਤ ਪ੍ਰਭਾਵ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪ੍ਰਵਾਨ ਵੀ ਕਰ ਲੈਂਦੇ। ਮਹੀਨਿਆਂ ਤੋਂ ਸਤਿੰਦਰ ਜੈਨ ਜੇਲ੍ਹ 'ਚ ਸੀ, ਉਹਨਾਂ ਅਸਤੀਫਾ ਦਿੱਤਾ ਹੋਇਆ ਸੀ। ਹਾਲਾਂਕਿ ਉਹਨਾਂ ਦੇ ਪੋਰਟਫੋਲੀਓ ਕਿਸੇ ਹੋਰ ਨੂੰ ਦਿੱਤੇ ਸੀ, ਪਰ ਉਹਨਾਂ ਨੂੰ ਮੰਤਰੀ ਮੰਡਲ 'ਚ ਬਣਾਈ ਰੱਖਿਆ ਗਿਆ। ਆਖਰ ਕਾਹਲੀ ਦੇ ਵਿੱਚ ਇਹ ਦੋਨੇ ਮੰਤਰੀ ਕੇਜਰੀਵਾਲ ਪਾਸੇ ਕਰ ਦਿੰਦੇ ਨੇ, ਉਹਨਾਂ ਦਾ ਅਸਤੀਫਾ ਪ੍ਰਵਾਨ। ਇਹ ਆਮ ਆਦਮੀ ਪਾਰਟੀ ਦੀ ਕਿਹੜੀ ਨਵੀਂ ਰਣਨੀਤੀ? ਇਹ ਤਾਂ ਭਗਤ ਸਿੰਘ ਸੀਗੇ ਕੇਜਰੀਵਾਲ ਦੇ, ਇਹ ਤਾਂ ਦੂਜੀ ਆਜ਼ਾਦੀ ਦੀ ਜੰਗ ਦੇ ਯੋਧੇ ਸੀਗੇ। ਉਹ ਆਮ ਤੌਰ ਤੇ ਇਹਨਾਂ ਤਸ਼ਬੀਹਾਂ ਨਾਲ ਅੱਗੇ ਵਧਦੇ ਰਹੇ। ਇਹਨੂੰ ਥੋੜੀ ਜਿਹੀ ਜ਼ਬਾਨ ਦੇ ਦਿਓ, ਫਿਰ ਮੇਨ ਮੁੱਦੇ ਤੇ ਚੱਲਦੇ ਆ। ਅਸਲ ਦੇ ਵਿੱਚ ਬਹੁਤ ਜਲਦਬਾਜ਼ੀ 'ਚ ਹੋਇਆ। ਪਹਿਲਾਂ ਰਣਨੀਤੀ ਸ਼ਾਇਦ ਆਮ ਆਦਮੀ ਪਾਰਟੀ ਦੀ ਹੋਰ ਸੀ। ਦੇਖੋ, ਸਤਿੰਦਰ ਜੈਨ ਪਿਛਲੇ ਮਈ ਮਹੀਨੇ ਤੋਂ ਜੇਲ੍ਹ ਦੇ ਵਿੱਚ ਹੈ, ਪਰ ਮਿਨਿਸਟਰੀ ਉਹਦੀ ਬਰਕਰਾਰ ਸੀ। ਭਾਵੇਂ ਬਿਜਲੀ ਪੋਰਟਫੋਲੀਓ ਤੋਂ ਇੱਧਰ ਉੱਧਰ ਹੋਰਾਂ ਨੂੰ ਸੰਭਾਲਦੇ ਸੀ, ਚਾਰਜ ਦੇਤਾ ਸੀਗਾ, ਪਰ ਲਗਾਤਾਰ ਮੰਤਰੀ ਬਣੇ ਹੋਏ ਸੀ। ਹੁਣ ਮਨੀਸ਼ ਸਿਸੋਦੀਆ ਆ ਗਏ ਉਸ ਗੇੜ ਦੇ ਵਿੱਚ ਆ ਗਏ। ਸੁਪਰੀਮ ਕੋਰਟ ਤੋਂ ਰਾਹਤ ਦੀ ਸ਼ਾਇਦ ਜ਼ਮਾਨਤ ਮਿਲ ਜੇ ਜ਼ਮਾਨਤ ਮਿਲ ਜਾਂਦੀ ਫਿਰ ਸ਼ਾਇਦ ਫਿਰ ਤਾਂ ਚੱਲਦਾ ਕੰਮ, ਪਰ ਜਦੋਂ ਜ਼ਮਾਨਤ ਨਹੀਂ ਮਿਲੀ ਤਾਂ ਤੁਰੰਤ ਇੱਕ ਰਣਨੀਤੀ ਦੇ ਤਹਿਤ ਫੈਸਲਾ ਹੋਇਆ ਕਿ ਦੋਨਾਂ ਨੇ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ। ਔਰ ਪਹਿਲੀ ਵਾਰ ਮੰਤਰੀ ਪਦ ਤੋਂ ਦੋਨਾਂ ਦਾ ਅਸਤੀਫਾ। 7 ਮੈਂਬਰੀ ਮਿਨਿਸਟਰੀ ਹੈ, ਕੇਜਰੀਵਾਲ ਸਮੇਤ 5 ਚੋਂ 2 ਚਲੇ ਗਏ। ਤੇ ਦੋਨਾਂ ਕੋਲ ਵੀ ਜਿਹੜੇ ਡਿਪਾਰਟਮੈਂਟ ਸੀ ਨਾ, ਇਹ ਬਹੁਤ ਇੰਪੋਰਟੈਂਟ ਸੀ। ਜੇ ਕਹੇ ਵੀ ਸਰਕਾਰ ਇਹੀ ਚਲਾ ਰਹੇ ਸੀ, ਕਿਉਂਕਿ ਕੇਜਰੀਵਾਲ ਨੇ ਆਪਣੇ ਕੋਲ ਤਾਂ ਕੋਈ ਸਰਕਾਰ ਡਿਪਾਰਟਮੈਂਟ ਰੱਖਿਆ ਨਹੀਂ ਹੋਇਆ ਸੀ ਪੋਰਟਫੋਲੀਓ। ਉਹ ਓਵਰਆਲ ਬਿਨਾਂ ਪੋਰਟਫੋਲੀਓ ਹੀ ਸਾਰਿਆਂ ਦਾ ਇੰਚਾਰਜ, ਮੇਰੀ ਚੱਲਦੀ ਹੋਇਆ ਜੋ ਮੈਂ ਕਹਿੰਦਾ। ਤੇ ਇਹਨਾਂ ਕੋਲ 19 ਡਿਪਾਰਟਮੈਂਟ ਦੋਨਾਂ ਕੋਲ ਸੀ। ਜੇ ਤੁਸੀਂ ਮਨੀਸ਼ ਸਿਸੋਦੀਆ ਕੋਲ ਦੇਖੋ, 1 ਦਰਜਨ 12 ਡਿਪਾਰਟਮੈਂਟ ਮਨੀਸ਼ ਸਿਸੋਦੀਆ ਕੱਲਾ ਸਮਝਦਾ। ਔਰ ਸਭ ਤੋਂ ਇੰਪੋਰਟੈਂਟ ਡਿਪਾਰਟਮੈਂਟ ਫਾਈਨਾਂਸ ਦਾ ਹੋਵੇ, ਸਿੱਖਿਆ ਦਾ ਹੋਵੇ, PWD ਦਾ ਹੋਵੇ, ਆਬਕਾਰੀ ਦਾ ਹੋਵੇ, ਲੇਬਰ ਦਾ ਹੋਵੇ, ਔਰ ਡਿਫਰੈਂਟ ਟਾਈਪ ਦਾ ਟੂਰਿਜ਼ਮ ਦਾ ਹੋਵੇ। ਜਿਹੜੇ ਵੀ ਦਿੱਲੀ ਦੇ ਜਿੰਨੇ ਤੁਸੀਂ ਗਿਣੋ ਨਾ ਵੀ ਬਹੁਤ ਇੰਪੋਰਟੈਂਟ, ਲੈਂਡ ਦਾ ਹੋਵੇ, ਔਰ ਸਾਰੇ ਇੰਪੋਰਟੈਂਟ ਡਿਪਾਰਟਮੈਂਟ ਉਹਨਾਂ ਕੋਲ ਸੀ। ਜਿਹੜੇ ਬਚਦੇ ਜਿਨ੍ਹਾਂ ਤੇ ਆਮ ਆਦਮੀ ਪਾਰਟੀ ਸਿਆਸਤ ਕਰ ਰਹੀ ਹੈ, ਇਹਨਾਂ ਚੀਜ਼ਾਂ ਤੇ, ਸਿੱਖਿਆ ਤੇ, ਸਿਹਤ ਤੇ, ਬਿਜਲੀ ਤੇ, ਬਾਕੀ ਉਹ ਸਾਰੇ ਸਤਿੰਦਰ ਜੈਨ ਕੋਲ ਸੀ। ਬਿਜਲੀ ਉਹਦੇ ਕੋਲ ਸੀ, ਹੈਲਥ ਐਂਡ ਫੈਮਿਲੀ ਵੈਲਫੇਅਰ ਉਹਦੇ ਕੋਲ ਸੀ, ਸਿਹਤ ਡਿਪਾਰਟਮੈਂਟ ਤੇ ਪਾਵਰ, ਇਹ 2 ਬਹੁਤ ਵੱਡੇ ਡਿਪਾਰਟਮੈਂਟ ਉਹਦੇ ਕੋਲ ਇਸ ਲੈਵਲ ਦੇ ਉੱਤੇ ਸੀਗੇ। ਔਰ ਜਿੰਨੇ ਵੀ ਇਹ ਡਿਪਾਰਟਮੈਂਟ ਇਹਨਾਂ ਕੋਲ ਸੀ, ਹੁਣ 19 ਦੇ
ਸੀਟਾਂ ਨੂੰ ਕੌਣ ਲਏਗਾ, ਕੌਣ ਚਲਾਏਗਾ, ਇਹ ਸ਼ਾਇਦ ਅਗਲੀ ਰਣਨੀਤੀ ਦਾ ਕੁਐਸਚਨ ਹੈ। ਕਿ ਨਵੇਂ ਮੰਤਰੀ ਲਏ ਜਾਣਗੇ, ਇਹਦਾ ਮਤਲਬ ਪਹਿਲਾਂ ਤਾਂ 2 ਮੰਤਰੀ ਨਹੀਂ ਸੀਗੇ ਜਿਹੜੇ ਚਲੇ ਗਏ, ਤੇ ਉਹਨਾਂ 'ਚ ਕੋਈ ਮੰਤਰੀ ਵੀ ਹੋਰ ਲਿਆ ਜਾਏਗਾ। ਕੀ ਬਾਕੀ ਮੰਤਰੀਆਂ ਦਾ ਕੱਦ ਇਸ ਲੈਵਲ ਦਾ ਹੈ ਜਿਹੜੇ ਸੰਭਾਲ ਪਾਉਣਗੇ ਜਾਂ ਨਹੀਂ ਸੰਭਾਲ ਪਾਉਣਗੇ, ਜਾਂ ਕੇਜਰੀਵਾਲ ਖੁਦ ਲੈ ਲੈਣਗੇ ਡਿਪਾਰਟਮੈਂਟ? ਹੁਣ ਉਹ ਦੌਰ ਚਲਾ ਗਿਆ ਜਦੋਂ ਵਿਦਆਊਟ ਪੋਰਟਫੋਲੀਓ ਚੀਫ ਮਿਨਿਸਟਰ ਰਹੇਗਾ, ਤੇ ਬਾਕੀ ਮੈਂ ਦੇਖੂਗਾ ਜੋ ਸਾਰੀਆਂ ਚੀਜ਼ਾਂ ਕਰਦੇ ਨੇ। ਇਹ ਸਾਰੀਆਂ ਚੀਜ਼ਾਂ ਨੇ, ਤੇ ਮੈਨੂੰ ਲੱਗਦਾ ਕਿ ਉਹ ਦਬਾਅ 'ਚ ਆ ਗਏ ਜਦੋਂ ਦਾ ਮਨੀਸ਼ ਸਿਸੋਦੀਆ ਫੜੇ ਗਏ ਨੇ, ਉਦੋਂ ਬੀਜੇਪੀ ਨੇ ਵੀ ਬਾਕੀ ਨੇ ਵੀ ਬੜਾ ਕਾਫੀ ਜ਼ਿਆਦਾ ਪ੍ਰੈਸ਼ਰ ਪਾਇਆ ਕਿ ਅਸਤੀਫਾ ਲਓ, ਜਾਂ ਬਾਕੀ ਦੀਆਂ ਚੀਜ਼ਾਂ ਨੇ, ਚਾਹੇ ਅਸਤੀਫਾ ਲਓ ਚਾਹੇ ਕੱਢੋ ਮਿਨਿਸਟਰੀ ਚੋਂ, ਕਿਉਂਕਿ ਕਰਪਸ਼ਨ ਦਾ ਕੁਐਸਚਨ ਹੈ। ਔਰ ਜਿਹੜੇ ਦਾਅਵੇ ਤੇ ਆਮ ਆਦਮੀ ਪਾਰਟੀ ਬਣੀ ਸੀ, ਐਕਚੁਅਲੀ ਉਸੇ ਦਾਅਵੇ ਤੇ ਉਹਨੂੰ ਹੁਣ ਮੁਸੀਬਤ ਦਾ ਮਤਲਬ ਜੀ ਨਾਨ ਕਰਪਟ ਕੱਟੜ ਇਮਾਨਦਾਰ ਦਾ ਜਿਹੜਾ ਇੱਕ ਉਹਦੇ ਨਾਲ ਜੂਝਣਾ ਪੈ ਰਿਹਾ ਹੈ। ਇਹ ਕਾਫੀ ਬੜਾ ਕੁਐਸਚਨ ਹੈ ਔਰ ਕਾਫੀ ਦਬਾਅ 'ਚ ਹੈ ਆਮ ਆਦਮੀ ਪਾਰਟੀ, ਇਹਦਾ ਮਤਲਬ ਇਸ ਸਮੇਂ ਆਪਣੇ ਸਲੋਗਨ ਨੂੰ ਬਚਾਉਣ ਲਈ ਉਹਨੂੰ ਕਾਫੀ ਮਸ਼ੱਕਤ ਕਰਨੀ ਪਊਗੀ, ਕਿਉਂਕਿ ਸਤਿੰਦਰ ਜੈਨ ਕਾਫੀ ਦੇਰ ਤੋਂ ਜੇਲ੍ਹ 'ਚ ਆ ਔਰ ਬਾਹਰ ਆਉਣ ਦਾ ਕੋਈ ਰਾਹ ਰਸਤਾ ਮਿਲ ਨਹੀਂ ਰਿਹਾ। ਕਈ ਵਾਰੀ ਉਹਨਾਂ ਦੀਆਂ ਜ਼ਮਾਨਤਾਂ ਤੋਂ ਲੈ ਕੇ ਬਾਕੀ ਅਰਜ਼ੀਆਂ ਖਾਰਜ ਹੋਈਆਂ ਨੇ, ਰੱਦ ਹੋਈਆਂ ਨੇ, ਜਾਂ ਰਾਖਵੀਆਂ ਪੈਂਡਿੰਗ ਚੱਲਦੀਆਂ ਆ ਰਹੀਆਂ। ਸਰਦਾਰ ਜਗਤਾਰ ਸਿੰਘ ਜੀ, ਹੁਣ ਅਸੀਂ ਮੇਨ ਮੁੱਦੇ ਤੇ ਆਉਂਦੇ ਹਾਂ। ਮੈਂ ਚਾਹੂੰਗਾ ਕਿ ਅਸੀਂ ਇਹਨੂੰ ਪਹਿਲਾਂ ਸਮਝ ਲਈਏ ਕਿ ਜਿਹੜੀ ਡੇਰਾ ਪ੍ਰੇਮੀਆਂ ਦੀ ਇਹ ਅਰਜ਼ੀ ਸੀ ਕਿ ਮਹਿੰਦਰਪਾਲ ਬਿੱਟੂ ਦਾ ਕਤਲ ਔਰ ਇਹ ਪ੍ਰਦੀਪ ਦਾ ਕਤਲ, ਜਿਨ੍ਹਾਂ ਨੂੰ ਇਹਨਾਂ ਮਾਮਲਿਆਂ 'ਚ ਨਾਮਜ਼ਦ ਕੀਤਾ ਗਿਆ ਸੀ, ਉਸ ਤੋਂ ਬਾਅਦ ਇੱਥੇ ਸੁਣਵਾਈ ਸੁਰੱਖਿਅਤ ਨਹੀਂ ਹੋ ਸਕਦੀ। ਔਰ ਇਹ ਜਿਹੜਾ ਅੱਜ ਫੈਸਲਾ ਆਇਆ, ਇਹਦੇ ਅਸਰ ਕੀ ਹੋਣ ਵਾਲੇ ਆ? ਇਹਦੇ ਨਾਲ ਕੇਸ ਦੇ ਸਟੇਟਸ ਤੇ ਕੋਈ ਫਰਕ ਪਊਗਾ? ਡਿਲੇ ਹੋਊਗੀ? ਇਨਸਾਫ ਦੇਰੀ ਨਾਲ ਮਿਲੂਗਾ ਜਾਂ ਸਪੀਡ ਅਪ ਹੋ ਜਾਊਗਾ? ਤੁਹਾਡੇ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਜਦੋਂ ਇਸ ਤਰੀਕੇ ਨਾਲ ਕੇਸ ਸ਼ਿਫਟ ਹੁੰਦੇ ਆ ਤਾਂ ਉਹਦਾ ਅਸਰ ਕੀ ਹੁੰਦਾ? ਇੱਕ ਹੋਰ ਵੀ ਇਹਦਾ ਬਹੁਤ ਇੰਪੋਰਟੈਂਟ ਐਸਪੈਕਟ ਹੈ। ਕਿਸੇ ਵੀ ਧਿਰ ਨੇ, ਮੈਨੂੰ ਲੱਗਦਾ ਹੈ ਕਿ ਇਤਿਹਾਸ ਤੋਂ ਸਬਕ ਨਹੀਂ ਸਿੱਖਿਆ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਹੀ ਇੱਕ ਹੋਰ ਕੇਸ ਸੀ ਜਿਹੜਾ ਕਿਸੇ ਜ਼ਮਾਨੇ ਦੇ ਵਿੱਚ ਪੰਜਾਬ ਤੋਂ ਬਾਹਰ ਸ਼ਿਫਟ ਹੋਇਆ ਸੀ। ਉਹ ਸੀ ਸਿੱਖ ਨਿਰੰਕਾਰੀ ਕਲੈਸ਼ ਅੰਮ੍ਰਿਤਸਰ ਦਾ 13 ਅਪ੍ਰੈਲ 1978 ਵਾਲਾ। ਉਹ ਕੇਸ ਸ਼ਿਫਟ ਹੋ ਕੇ ਕਰਨਾਲ ਚਲਾ ਗਿਆ ਸੀ, ਤੇ 4 ਜਨਵਰੀ 1980 ਨੂੰ ਕਰਨਾਲ ਦੇ ਕੋਰਟ ਨੇ ਸਾਰੇ ਹੀ ਜਿਹੜੇ ਅਕਿਊਜ਼ ਸੀ ਉਹਨਾਂ ਨੂੰ ਅਕਵਿਟ ਕਰਤਾ ਸੀ। ਅਕਵਿਟ ਹੋਣ ਵਾਲਿਆਂ ਦੇ ਵਿੱਚ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਵੀ ਸੀ ਜੀ। ਹਾਈ ਕੋਰਟ ਦੇ ਵਿੱਚ ਅਪੀਲ ਪੰਜਾਬ ਸਰਕਾਰ ਨੇ ਨਹੀਂ ਕੀਤੀ, ਤੇ ਫਿਰ ਕਿਤੇ ਹੋਰ ਢੰਗ ਨਾਲ ਉਹ ਬਦਲਾ ਇਨਸਾਫ ਲੈ ਲਿਆ ਗਿਆ। ਬਦਲਾ ਨਹੀਂ ਕਹੂੰਗਾ, ਇਨਸਾਫ ਲੈ ਲਿਆ ਗਿਆ ਉਸ ਕੇਸ ਦਾ। 24 ਅਪ੍ਰੈਲ 1980 ਨੂੰ ਰਣਜੀਤ ਸਿੰਘ ਨਾਂ ਦੇ ਇੱਕ ਸਧਾਰਨ ਆਦਮੀ ਨੇ ਨਿਰੰਕਾਰੀ ਮੁਖੀ ਦਾ ਦਿੱਲੀ ਵਿੱਚ ਕਤਲ ਕਰਤਾ, ਉਹਨਾਂ ਦੇ ਨਿਰੰਕਾਰੀ ਕਲੋਨੀ ਦੇ ਵਿੱਚ, ਉਹਨਾਂ ਦੇ ਘਰ ਦੇ ਵਿੱਚ। ਸੋ ਇਹ ਪੰਜਾਬ ਤੇ ਜਿਹੜਾ ਉਸ ਤੋਂ ਬਾਅਦ ਅੱਗ ਲੱਗੀ, ਉਹ ਜਿਹੜੀ ਤੀਲੀ ਪਹਿਲੀ ਬਲੀ ਸੀ, ਉਹ ਨਿਰੰਕਾਰੀ ਮੁਖੀ ਦਾ ਕਤਲ ਸੀ। ਤੇ ਉਹ ਨੈਰੇਟਿਵ ਸ਼ੁਰੂ ਹੁੰਦਾ ਹੈ ਉਸ ਕਰਨਾਲ ਦੇ ਕੋਰਟ ਤੋਂ, ਜਿਹਨੇ ਉਹਨਾਂ ਸਾਰਿਆਂ ਨੂੰ ਅਕਵਿਟ ਕੀਤਾ ਸੀ। ਤੇ ਉਹ ਕੇਸ ਟੋਟਲੀ ਪੰਜਾਬ ਸਰਕਾਰ ਵੱਲੋਂ ਮਿਸਹੈਂਡਲ ਹੋਇਆ ਸੀ। ਤਾਂ ਮੈਂ ਕਿਹਾ ਕਿ ਇਤਿਹਾਸ ਤੋਂ ਸਬਕ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਹੁਣ ਵੀ ਉਹੀ ਹੈ। ਪੈਰਲਲ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਕੇਸ ਬਿਲਕੁਲ ਸਾਹਮਣੇ ਨਜ਼ਰ ਆ ਰਿਹਾ ਹੈ ਕਿ ਇਹ ਮਿਸਹੈਂਡਲ ਹੋਇਆ। ਆਪਾਂ 3 ਕੇਸ ਡਿਫਰੈਂਸ਼ੀਏਟ ਕਰਕੇ ਚੱਲੀਏ। ਪਹਿਲਾ ਜਿਹੜਾ ਮੇਨ ਕੇਸ ਹੈ ਉਹ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਬੁਰਜ ਤੇ ਬਰਗਾੜੀ ਇਹ ਦੋਵੇਂ ਇਕੱਠੇ ਹੈ। ਬੁਰਜ ਤੋਂ ਗੁਰੂ ਗ੍ਰੰਥ ਸਾਹਿਬ ਦੀ ਭੀੜ ਚੋਰੀ ਹੁੰਦੀ ਹੈ ਤੇ ਉਹਦੇ ਪੱਤਰੇ ਅਲਟੀਮੇਟਲੀ ਬਰਗਾੜੀ ਦੇ ਗਲੀਆਂ ਵਿੱਚ ਬਿਖਰੇ ਮਿਲਦੇ ਆ। ਕੋਟਕਪੂਰਾ ਤੇ ਬਹਿਬਲ ਕਲਾਂ, ਇਹ 2 ਪੁਲਿਸ ਫਾਇਰਿੰਗ ਦੇ ਕੇਸ ਹੈ। ਜਿਨ੍ਹਾਂ ਸਿੱਖ ਸ਼ਰਧਾਲੂਆਂ ਨੇ ਮੁਜ਼ਾਹਰਾ ਕੀਤਾ, ਉਹਨਾਂ ਦੇ ਪੁਲਿਸ ਨੇ ਐਕਸ਼ਨ ਲਿਆ, ਗੋਲੀ ਚਲਾਈ। ਉਹ 2 ਇਸ ਕਰਕੇ ਕੇਸ ਵੱਖਰੇ ਹੋ ਜਾਂਦੇ ਹੈ। ਜਿਹੜਾ ਮੇਨ ਕੇਸ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਉਹ ਬਰਗਾੜੀ ਵਾਲਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਉਸ ਕੇਸ ਦੇ ਮੁਲਜ਼ਮ ਜਿਹੜੇ ਮੇਨ ਅਕਿਊਜ਼ਡ ਹੈ ਉਹ ਫੜੇ ਨਹੀਂ ਗਏ। ਮਹਿੰਦਰਪਾਲ ਬਿੱਟੂ ਸੀ ਜਿਹੜਾ ਮਾਰਿਆ ਗਿਆ ਨਾਭਾ ਜੇਲ੍ਹ ਦੇ ਵਿੱਚ।
ਉਹ ਇੱਕ ਅਕਿਊਜ਼ਡ ਹੈ, ਪ੍ਰਦੀਪ ਇੱਕ ਸੀ, ਲੇਕਿਨ ਜਿਹੜੇ ਮੇਨ ਅਕਿਊਜ਼ਡ ਹਨ ਰਾਦਰ 4, ਇੱਕ ਅਕਿਊਜ਼ ਸੁਨਾਰੀਆ ਜੇਲ੍ਹ ਦੇ ਵਿੱਚ ਗੁਰਮੀਤ ਰਾਮ ਰਹੀਮ ਸਿੰਘ, ਡੇਰਾ ਸੱਚਾ ਸੌਦਾ ਦਾ ਚੀਫ, ਉਹਨੂੰ ਪੰਜਾਬ ਸਰਕਾਰ ਨੇ ਹੁਣ ਤੱਕ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇੰਟਰੋਗੇਸ਼ਨ ਨਹੀਂ ਕੀਤੀ। 3 ਅਕਿਊਜ਼ ਹੋਰ ਉਸ ਕੇਸ ਦੇ ਵਿੱਚ ਅੰਡਰਗਰਾਉਂਡ ਹੈ। ਹੁਣ ਤੱਕ ਕਿਸੇ ਨੂੰ ਪਤਾ ਹੀ ਨਹੀਂ ਵੀ ਕੀ ਹੋ ਰਿਹਾ ਹੈ। ਜਦ ਤੱਕ ਉਹ ਫੜੇ ਨਹੀਂ ਜਾਂਦੇ ਇਹ ਕੇਸ ਚੱਲਣ ਦਾ ਕੋਈ ਮਤਲਬ ਹੀ ਨਹੀਂ ਬਾਕੀ ਕੇਸ ਦਾ। ਹਰਸ਼ ਧੁਰੀ ਤੇ ਜਿਹੜੇ ਹੈਗੇ ਤਿੰਨੋਂ, ਔਰ ਉਹ ਤਿੰਨੇ ਹੀ ਡੇਰਾ ਸੱਚਾ ਸੌਦਾ ਮੇਨ ਕਰਤਾ ਧਰਤਾ ਸੀ, ਔਰ ਉਹ ਤਿੰਨੇ ਹੀ ਮੌੜ ਬੰਬ ਬਲਾਸਟ ਦੇ ਵਿੱਚ ਵੀ ਉਹਨਾਂ ਦਾ ਨਾਂ ਹੈਗੇ ਆ। ਸੋ ਇਹ ਕੇਸ ਤਾਣਾ ਬਾਣਾ ਸਾਰਾ ਇਕੱਠਾ ਹੀ ਹੈ, ਤੇ ਜਦ ਤੱਕ ਉਹ 3 ਬੰਦੇ ਟ੍ਰੇਸ ਨਹੀਂ ਹੁੰਦੇ, ਅਰੈਸਟ ਨਹੀਂ ਹੁੰਦੇ, ਇਹ ਕੇਸ ਤਣ ਪੱਤਣ ਨਹੀਂ ਲੱਗਦਾ। ਇਹਨੂੰ ਜਿੱਥੇ ਕੇਸ ਨੂੰ ਮਰਜ਼ੀ ਲੈ ਜਾਣ। ਸੋ ਪਹਿਲਾਂ ਤਾਂ ਉਹ ਬੰਦੇ ਫੜੇ ਜਾਣ, ਫਿਰ ਇਹ ਕੇਸ ਅੱਗੇ ਚੱਲੇ। ਬਾਅਦ ਜਿਵੇਂ ਜਿਸ ਤੱਕ ਨਾਲ ਲੈ ਕੇ ਗਏ ਹੈ, ਇਹਦੇ ਨਾਲ ਕੇਸ ਜਿਵੇਂ ਪਹਿਲਾਂ ਵੀਕ ਹੋਇਆ, ਇਹ ਐਪਰੀਹੈਂਸ਼ਨ ਹੈ ਕਿ ਇਸ ਢੰਗ ਨਾਲ ਕੇਸ ਵੀਕ ਹੋ ਸਕਦਾ ਹੈ। ਔਰ ਪੰਜਾਬ ਸਰਕਾਰ ਇਸ ਕੇਸ ਦੀ ਠੀਕ ਢੰਗ ਨਾਲ ਨਾ ਤਾਂ ਹੁਣ ਤੱਕ ਇਨਵੈਸਟੀਗੇਸ਼ਨ ਕਰ ਸਕੀ ਹੈ, ਤੇ ਨਾ ਹੀ ਇਸ ਮਾਮਲੇ ਤੇ ਜਦੋਂ ਇਹ ਹੀਅਰਿੰਗ ਚੱਲੀ ਸੁਪਰੀਮ ਕੋਰਟ 'ਚ, ਲੱਗਦਾ ਨਹੀਂ ਕਿ ਪ੍ਰੋਪਰਲੀ ਇਹਦੀ ਕੋਈ ਪੈਰਵੀ ਕੀਤੀ ਗਈ ਹੋਵੇ। ਜੀ, ਔਰ ਇਹਦੀ ਜੇ ਪੈਰਵਾਈ ਕੀਤੀ ਹੁੰਦੀ, ਡਿਫੈਂਡ ਕੀਤਾ ਹੁੰਦਾ ਆਪਣੇ ਸਟੈਂਡ ਨੂੰ ਕਿ ਕਿਉਂ ਇਹ ਕੇਸ ਪੰਜਾਬ ਚੋਂ ਬਾਹਰ ਨਹੀਂ ਜਾਣਾ ਚਾਹੀਦਾ, ਕਿਸ ਤਰੀਕੇ ਨਾਲ ਇਹਨੂੰ ਇਨਵੈਸਟੀਗੇਸ਼ਨ ਚ ਲਿਆਂਦਾ ਗਿਆ, ਕਿਸ ਤਰੀਕੇ ਨਾਲ ਇੱਥੇ ਇਹਨੂੰ ਡੇ ਬਾਈ ਡੇ ਦੇ ਆਧਾਰ ਤੇ ਨਜਿੱਠਿਆ ਜਾਵੇ, ਰਾਦਰ ਪੰਜਾਬ ਸਰਕਾਰ ਨੂੰ ਇਹ ਅਰਜੀ ਦੇਣੀ ਚਾਹੀਦੀ ਸੀਗੀ ਕਿ ਇਹਨੂੰ ਫਾਸਟ ਟਰੈਕ 'ਚ ਲਿਆਂਦਾ ਜਾਵੇ। ਔਰ ਇਹਦੇ ਨਾਲ ਇੱਕ ਜੁੜਿਆ ਹੋਰ ਮਾਮਲਾ, ਮੈਂ ਵੈਸੇ ਸਰਦਾਰ ਹਮੀਰ ਸਿੰਘ ਜੀ, ਸਰਦਾਰ ਜਸਪਾਲ ਸਿੰਘ ਸਿੱਧੂ ਜੀ ਵੱਲ ਜਾਣਾ ਇਹ ਮਾਮਲਾ ਲੈ ਕੇ ਕਿ ਸਾਜ਼ਿਸ਼ਾਂ ਤਾਂ ਹੁੰਦੀਆਂ ਰਹੀਆਂ, ਮਹਿੰਦਰਪਾਲ ਬਿੱਟੂ ਦੇ ਕਤਲ ਨੂੰ ਇਨਵੈਸਟੀਗੇਟ ਕਿਉਂ ਨਹੀਂ ਕੀਤਾ ਗਿਆ, ਉਹਦੇ ਤੇ ਜਾਂਚ ਕਿਉਂ ਨਹੀਂ ਹੋਈ? ਕੀ ਉਹ ਕਤਲ ਮਹਿੰਦਰਪਾਲ ਬਿੱਟੂ ਨੂੰ ਸਜ਼ਾ ਦੇਣ ਲਈ ਸੀ ਜਾਂ ਕੋਈ ਅਦਿੱਖ ਦੋਸ਼ੀ ਬਚਾਉਣ ਲਈ ਸੀ? ਅੱਜ ਤੱਕ ਵੀ ਸਵਾਲ ਉੱਠਦੇ ਆ ਕਿ ਆਖਰ ਇੰਨੇ ਸਧਾਰਨ ਤਰੀਕੇ ਨਾਲ ਇੱਕ ਇੰਨੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਕਤਲ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਦਫਨ ਹੋ ਕੇ ਰਹਿ ਜਾਂਦਾ। ਕੀ ਮਹਿੰਦਰਪਾਲ ਬਿੱਟੂ ਕੋਈ ਖੁਲਾਸੇ ਕਰ ਸਕਦਾ ਸੀ? ਇਹ ਮੈਂ ਜਸਪਾਲ ਸਿੰਘ ਸਿੱਧੂ ਜੀ ਵੱਲ ਲੈ ਕੇ ਜਾਣਾ, ਪਰ ਮੈਂ ਤੁਹਾਡੇ ਕੋਲ ਇਹਦੀ ਬਰੀਕੀ ਸਮਝਣਾ ਚਾਹੁੰਦਾ ਕਿ ਅਦਾਲਤ ਵਿੱਚ ਦਰਅਸਲ ਅੱਜ ਹੋਇਆ ਕੀ ਹੈ। ਅੱਜ ਅਦਾਲਤ ਨੇ ਇਸ ਐਪਲੀਕੇਸ਼ਨ ਦੇ ਉੱਤੇ ਫੈਸਲਾ ਕੀ ਦਿੱਤਾ ਹੈ? ਇੱਕ ਮੋਟੀ ਜੀ ਖਬਰ ਆ ਰਹੀ ਸੀ ਕਿ ਸ਼ਾਇਦ ਇਹਨੂੰ ਚੰਡੀਗੜ੍ਹ 'ਚ ਸੁਣਵਾਈ ਲਈ ਅੱਗੇ ਰੈਫਰ ਕੀਤਾ ਗਿਆ ਕਿ ਇਹਦੀ ਪੰਜਾਬ ਤੋਂ ਬਾਹਰ ਚੰਡੀਗੜ੍ਹ 'ਚ ਸੁਣਵਾਈ, ਕਿਉਂਕਿ ਸਭ ਤੋਂ ਨੇੜੇ ਇਹੀ ਪੈਂਦਾ ਹੈ। ਇਸ ਗੱਲ ਨੂੰ ਜ਼ਰਾ ਇੱਕ ਵਾਰੀ ਸੁਣਵਾਈ ਜੋ ਹੋਈ ਹੈ ਉਹਦੇ ਬਾਰੇ ਜਾਣਕਾਰੀ ਸਾਂਝ ਸਰੋਤਿਆਂ ਨਾਲ ਕਰਵਾ ਦਿਓ। ਬਿਲਕੁਲ, ਸੁਪਰੀਮ ਕੋਰਟ ਗਏ ਸੀਗੇ ਤੇ ਸੁਪਰੀਮ ਕੋਰਟ ਦਾ ਆਰਡਰ ਇਹੀ ਆਇਆ ਕਿ ਚੰਡੀਗੜ੍ਹ ਦੇ ਵਿੱਚੋਂ ਕੇਸ ਹੁਣ ਸ਼ਿਫਟ ਹੋ ਜਾਣਗੇ। ਤੇ ਗੱਲ ਕੇਵਲ ਇਹ ਹੈ ਕਿ ਪਹਿਲੀ ਵਾਰ ਐਫਰਟ ਨਹੀਂ ਹੋਇਆ, 2020 ਚ ਵੀ ਹੋਇਆ ਸੀ ਐਫਰਟ, ਸੁਪਰੀਮ ਕੋਰਟ ਗਏ ਸੀ। ਸੁਪਰੀਮ ਕੋਰਟ ਜਾ ਕੇ ਇਹ ਸਾਰੇ ਹਵਾਲੇ ਦਿੱਤੇ ਗਏ ਸੀ ਕਿਉਂਕਿ 2019 ਦੇ ਵਿੱਚ ਹੀ ਬਿੱਟੂ ਦਾ ਕਤਲ ਹੁੰਦਾ ਤੇ ਉਦੋਂ ਬਾਅਦ ਕਤਲ ਇੱਕ ਹੁੰਦਾ 2021 ਚ ਆ ਕੇ ਪ੍ਰਦੀਪ ਕਟਾਰੀਆ ਦਾ। ਬਿੱਟੂ ਦਾ ਕਤਲ ਉਦੋਂ ਪਹਿਲਾਂ ਹੋ ਜਾਂਦਾ, ਪਰ ਉਸ ਸਮੇਂ ਸੁਪਰੀਮ ਕੋਰਟ ਨੇ ਰਿਜੈਕਟ ਕਰਤੀ ਸੀ ਉਹਨਾਂ ਦੀ ਪ੍ਰਪੋਜ਼ਲ ਕਿ ਨਹੀਂ ਸ਼ਿਫਟ ਹੋਣ ਦਾ ਕੋਈ ਆਧਾਰ ਨਹੀਂ ਬਣਦਾ ਉਸ ਪੱਧਰ ਦੇ ਉੱਤੇ 2020 ਦੇ ਵਿੱਚ। ਤੇ ਹੁਣ ਦੁਬਾਰਾ ਗਏ ਤੇ ਹੁਣ ਸੁਪਰੀਮ ਕੋਰਟ ਨੇ ਜਿਹੜਾ ਆਰਡਰ ਹੈ ਉਹ ਸ਼ਿਫਟ ਦਾ ਉਸ ਲੈਵਲ ਤੇ ਕਰਤਾ। ਬਿਲਕੁਲ ਇਹ ਗੱਲ ਵਾਜਿਬ ਹੈ ਕਿ ਜਿਹੜੀ ਐਸਪੀਐਸ ਪਰਮਾਰ ਦੀ ਐਸਆਈਟੀ ਸੀ ਇਹ ਤੋਂ ਪਹਿਲਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਵਿੱਚ, ਉਹਨਾਂ ਨੇ ਜਿਹੜੇ ਅਕਿਊਜ਼ਡ ਦਿੱਤੇ, ਜਿਹੜਾ ਚਲਾਨ ਪੇਸ਼ ਹੋ ਚੁੱਕਿਆ ਆਲਰੇਡੀ, ਉਹਦੇ ਚ ਸਾਜ਼ਿਸ਼ ਘੜਤ ਹੈ। ਮਾਸਟਰਮਾਈਂਡ ਦੇ ਤੌਰ ਤੇ ਡੇਰਾ ਮੁਖੀ ਰਾਮ ਰਹੀਮ ਦਾ ਨਾਮ ਹੈ ਮੇਨ। 3 ਉਹਨਾਂ ਦੀ ਨੈਸ਼ਨਲ ਕਮੇਟੀ ਜਿਹੜੀ ਮੇਨ ਕਮੇਟੀ ਸੀ, ਜਿਹੜੀ ਪੋਲੀਟੀਕਲ ਅਫੇਅਰ ਦੀ ਕਮੇਟੀ ਦਾ ਨਾਮ ਵੀ ਲੈਂਦੇ ਨੇ, ਉਹ ਵੀ ਵਿੱਚ ਉਹਦੇ ਸ਼ਾਮਲ ਨੇ। ਤੇ ਬਾਕੀ ਹੋਰ 7 ਬੰਦੇ ਮਤਲਬ ਉਹਦੇ ਸਮੇਤ ਡੇਰੇ ਨਾਲ ਜੁੜੇ ਹੋਏ ਬੰਦੇ ਨੇ। ਔਰ ਬਿਲਕੁਲ ਇਹ ਹੈ ਕਿ ਉੱਪਰਲੇ 4 ਦਿਖਾਈ ਕਿਤੇ ਨਹੀਂ ਦਿੰਦੇ ਅਰੈਸਟ ਦੇ ਵਿੱਚ, ਜਿਹੜੇ ਉਹ ਸਾਰੇ ਮਾਮਲੇ ਦੇ ਵਿੱਚ ਆਏ। ਇਹ ਐਸਆਈਟੀ ਦੀ ਫਰੀਦਕੋਟ ਅਦਾਲਤ ਦੇ ਵਿੱਚ 4 ਸੀਟ ਹੈ ਔਰ ਨੋਮੀਨੇਟਡ ਮਤਲਬ ਉਹਨਾਂ ਨੂੰ ਨਾਮਜ਼ਦ ਕਰਕੇ ਕਿ ਹਾਂ ਇਹ ਬੰਦਿਆਂ ਦਾ ਮਤਲਬ ਉਹ ਹੈਗਾ ਦੋਸ਼ ਇਸ ਮਾਮਲੇ ਦੇ ਵਿੱਚ। ਉਦੋਂ ਬਾਅਦ ਫਿਰ ਸਵਾਲ ਇਹ ਵੀ ਪੈਦਾ ਹੁੰਦਾ ਕਿ ਸਾਡੀ ਪੁਲਿਸ ਦੇ ਵਿੱਚ ਵੀ ਜਿੰਨੇ ਕੇਸ ਆਉਂਦੇ ਨੇ ਇਨਵੈਸਟੀਗੇਸ਼ਨ ਦੇ, ਇੱਧਰ ਤੁਸੀਂ ਦੇਖ ਲਓ ਕਿ ਚਾਹੇ ਮੌੜ ਬੰਬ ਬਲਾਸਟ ਸੀ, ਚਾਹੇ ਇਹ ਮਹਿੰਦਰਪਾਲ ਦਾ ਮਾਮਲਾ ਸੀ, ਚਾਹੇ ਜਿਹੜੇ ਨਾਮਧਾਰੀ ਮਾਮਲੇ ਦੇ ਵਿੱਚ ਮਾਤਾ ਚੰਦ ਕੌਰ ਦਾ ਸੀ, ਡਿਫਰੈਂਟ ਤੇ ਕੇਸ ਕਿੱਥੇ ਗਏ? ਨਾਰਮਲੀ ਪੁਲਿਸ ਅਫਸਰਾਂ ਨੂੰ ਦੀ ਗੱਲ ਕਰੋ ਤਾਂ ਉਹ ਕਹਿੰਦੇ ਨੇ ਕਿ ਪੋਲੀਟੀਕਲੀ ਰੋਕ ਲਏ ਜਾਂਦੇ ਨੇ। ਇਨਵੈਸਟੀਗੇਸ਼ਨ ਕਈ ਵਾਰ ਅੱਗੇ ਚੱਲ ਗਈ ਸੀ, ਨੇੜੇ ਪਹੁੰਚ ਗਈ ਸੀ ਸਾਰੇ ਮਾਮਲਿਆਂ ਦੇ ਹੀ, ਪਰ ਉਹ
ਪੋਲੀਟੀਕਲ ਵਿਲ ਪਾਵਰ ਜਾਂ ਪੋਲੀਟੀਕਲ ਲੋੜ ਜਿਨ੍ਹਾਂ ਦੀ ਵੀ, ਜਿਹੜੇ ਸੱਤਾਧਾਰੀ ਨੇ, ਉਹ ਕਹਿੰਦੇ ਨਹੀਂ ਜੀ ਇਦੋਂ ਅੱਗੇ 12 ਨਹੀਂ ਖਾਂਦਾ ਤੇ ਇਹਨੂੰ ਠੱਪ ਕਰ ਲਿਆ ਜਾਏ ਕਿਸੇ ਨੇ। ਹੁਣ ਇਹ ਦੋ ਹੀ ਸਵਾਲ ਨੇ, ਪੁਲਿਸ ਵਾਲੇ ਸਹੀ ਨੇ, ਨੇੜੇ ਪਹੁੰਚ ਗਏ ਸੀ, ਜਾਂ ਉਹ ਕਿਹੜੇ ਪੋਲੀਟੀਸ਼ੀਅਨ ਨੇ, ਫਿਰ ਉਹਨਾਂ ਦੀ ਜਾਂਚ ਕੌਣ ਕਰੇਗਾ? ਉਹ ਕਿਸੇ ਦੇ ਬਿਹਾਫ ਤੇ ਕਹਿ ਰਹੇ ਨੇ ਕਿ ਤੁਸੀਂ ਅੱਗੇ ਨਹੀਂ ਵਧਣਾ ਜਾਂ ਅੱਗੇ ਜਾਣਾ ਨਹੀਂ ਹੈ। ਇਹ ਸਾਰੀਆਂ ਮਤਲਬ ਪਰਦਾ ਹੀ ਪਿਆ ਰਹੂਗਾ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ। ਹਾਂ, ਜਾਂ ਕੋਈ ਪੁਲਿਸ ਵਾਲਾ ਰਿਟਾਇਰ ਹੋ ਕੇ ਫਿਰ ਕੋਈ ਕਿਤਾਬ ਤੋਂ ਲਿਖੂਗਾ, ਜਿਵੇਂ ਬਾਕੀ ਮਾਮਲਿਆਂ 'ਚ ਹੁੰਦੇ ਨੇ ਕਿ ਫਲਾਣੇ ਥਾਂ ਫਲਾਣਾ ਸੀ, ਜਿਵੇਂ ਗਵਰਨਰ ਵੀ ਲਿਖ ਦਿੰਦਾ ਹੈ, ਬਾਕੀ ਵੀ ਲਿਖ ਦਿੰਦੇ ਨੇ, ਦਰਬਾਰ ਸਾਹਿਬ ਤੇ ਹਮਲੇ ਬਾਰੇ ਲਿਖ ਰਹੇ ਨੇ ਨਾ ਅੱਜ ਕੱਲ। ਉਦੋਂ ਤੱਕ ਜਦੋਂ ਲਿਖੀਆਂ ਗਈਆਂ ਕਿਤਾਬਾਂ ਦਾ ਫਿਰ ਕੋਈ ਦੌਰ ਨਹੀਂ ਬਚਦਾ, ਫਿਰ ਉਹ ਇਨਸਾਫ ਵਾਲੀ ਗੱਲ ਤਾਂ ਜਦ ਤੱਕ ਨਿਬੜ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇੰਨੀ ਡੇਅਰਿੰਗ ਸਿਚੁਏਸ਼ਨ ਜਿਹੜੀ ਅਜੇ ਹੈ ਨਹੀਂ ਕਿ ਆਫਟਰ ਆਲ ਕਿਉਂ ਇਹ ਕੀਤਾ ਜਾ ਰਿਹਾ ਸਾਰਾ। ਇਹਦੇ ਜੇਕਰ ਰੀਅਲ ਸੈਂਸ ਦੇ ਵਿੱਚ ਜੋ ਕਾਨੂੰਨ ਦੇ ਦੋਸ਼ੀ ਬੰਦੇ ਨੇ, ਜਿਵੇਂ ਜੇ ਰਾਮ ਰਹੀਮ ਵੀ ਨੇ, ਉਹਨੂੰ ਕਤਲ ਦੇ ਕੇਸ ਦੇ ਵਿੱਚ ਵੀ ਤੇ ਮਤਲਬ ਬਲਾਤਕਾਰ ਦੇ ਕੇਸ 'ਚ ਵੀ ਜੇ ਸਜ਼ਾ ਹੋ ਸਕਦੀ ਹੈ ਤਾਂ ਇਹਦੇ 'ਚ ਵੀ ਹੋ ਸਕਦੀ ਹੈ ਜੇਕਰ ਉਹਨਾਂ ਦੀ ਇਨਵੋਲਵਮੈਂਟ ਪਾਈ ਜਾਂਦੀ ਹੈ। ਤਾਂ ਇਹ 'ਚ ਕੀ ਹਰਜ ਹੋ ਜਾਂਦਾ ਜੇਕਰ ਬਹੁਤ ਮਾਮਲਿਆਂ ਦੇ ਵਿੱਚ ਹੁੰਦਾ? ਉਹਨੂੰ ਇਨਵੈਸਟੀਗੇਟ ਤਾਂ ਕਰੋ ਨਾ, ਇਨਵੈਸਟੀਗੇਟ ਕਰ, ਬਾਕੀ ਕੋਰਟ ਨੇ ਦੇਖਣਾ। ਹੁਣ ਕੋਰਟ ਜੇ ਆਪਾਂ ਕਹੀਏ ਕਿ ਸ਼ਾਇਦ ਜੇ ਤਾਂ ਇੱਕ ਤਾਂ ਕਰਨਾਲ ਵਰਗੀ ਕੋਰਟ ਵਾਲਾ ਜੇਕਰ ਫੈਸਲਾ ਹੁੰਦਾ, ਉਹ 2 ਸਾਲਾਂ ਤੋਂ ਘੱਟ ਸਮੇਂ ਦੇ ਵਿੱਚ ਟ੍ਰਾਇਲ ਖਤਮ ਹੋ ਜਾਂਦਾ, ਸਜ਼ਾ ਜੋ ਵੀ ਮਰਜ਼ੀ ਹੋਏ ਅੱਗੇ ਨਹੀਂ ਗਏ, ਕਿਉਂਕਿ ਅਪ੍ਰੈਲ 78 ਦੀ ਘਟਨਾ ਹੈ। ਜਨਵਰੀ ਦੇ ਸ਼ੁਰੂ 'ਚ ਹੀ ਪਹਿਲੇ ਹਫ਼ਤੇ ਦੇ ਵਿੱਚ ਹੀ 80 ਦੇ ਵਿੱਚ ਜਾ ਕੇ ਉਹ ਕਹਿੰਦੇ ਨੇ ਜੀ ਬਰੀ। 64 ਬੰਦੇ ਸੀ, 64 ਚੋਂ ਇੱਕ ਬੰਦਾ 1 ਸਾਲ ਦੀ ਸਜ਼ਾ ਹੋਈ ਸੀ, ਕੇਵਲ ਇਸ ਕਰਕੇ ਕਿ ਤੇਰੇ ਕੋਲ ਪਿਸਤੌਲ ਫੜਿਆ ਹੋਇਆ ਸੀਗਾ। ਐ ਨਹੀਂ ਹੈ ਕਿ ਤੂੰ ਕਤਲ ਕੀਤਾ ਜਾਂ ਫਲਾਨਾ ਕੀਤਾ, ਉਹ ਸਾਰਾ ਮਾਮਲੇ ਦੇ ਵਿੱਚ ਵੀ। ਔਰ ਇਹਦੇ ਨਾਲ ਦੀ ਨਾਲ ਤੁਸੀਂ ਇੱਕ ਗੱਲ ਹੋਰ ਦੇਖੋ ਨਾਲ, ਉਹ ਕਤਲ ਤੋਂ ਬਾਅਦ ਮਤਲਬ ਉਹ ਸਜ਼ਾ ਮੁਕਤੀ ਤੋਂ ਬਾਅਦ ਇੱਕ ਗੱਲ ਤਾਂ ਇਹ ਹੋਈ ਕਿ ਅੱਗੇ ਨਹੀਂ ਕਰਨਾ। ਉਦੋਂ ਵੀ ਬਾਦਲ ਸਰਕਾਰ ਸੀਗੀ ਵੈਸੇ ਉਸ ਸਮੇਂ ਤੱਕ, ਉਸ ਕੇਸ ਤੱਕ। ਉਦੋਂ ਬਾਅਦ ਤੋੜੀ ਗਈ ਹੈ ਸਰਕਾਰ, ਉਹ ਬਾਅਦ ਦੀ ਗੱਲ ਹੈ ਕਿ ਨਾ ਜਾਣ ਦਾ ਫੈਸਲਾ ਉਸ ਸਰਕਾਰ 'ਚ ਹੋਇਆ ਸੀ ਕਿ ਇਹਨੂੰ ਵੀ ਨਹੀਂ ਅੱਗੇ ਨਹੀਂ ਜਾਣਾ। ਤੇ ਦੂਜੀ ਗੱਲ ਇਹ ਵੀ ਇਹਦੇ 'ਚ ਹੋਈ ਹੈ ਕਿ 20 ਤੋਂ ਲੈ ਕੇ 22 ਬੰਦੇ ਟ੍ਰਾਇਲ ਦੇ ਦੌਰਾਨ ਮਾਰੇ ਜਾ ਚੁੱਕੇ ਸੀ, ਨਿਰੰਕਾਰੀ ਵੀ। ਇਹਦਾ ਮਤਲਬ ਪੈਰਲਲ ਗੁੱਸਾ ਨਾਲ ਦੀ ਨਾਲ ਚੱਲਦਾ ਹੈ। ਜੇ ਤੁਸੀਂ ਜਸਟਿਸ ਸਿਸਟਮ ਦੇ ਵਿੱਚ ਰੀਅਲ ਸੈਂਸ ਦੇ ਵਿੱਚ ਨਹੀਂ ਚੱਲਦੇ ਤਾਂ ਉਸ ਕੇਸ ਦੇ ਵਿੱਚ ਵੀ 20 ਤੋਂ 22 ਬੰਦੇ ਮਾਰੇ ਜਾ ਚੁੱਕੇ ਸੀ। ਨਿਰੰਕਾਰੀ ਚੀਜ਼ ਬਾਅਦ 'ਚ ਮਰਦਾ ਹੈ, ਉਦੋਂ ਬਾਅਦ ਜਾ ਕੇ ਜਦੋਂ ਟਾਰਗੇਟ ਹੋ ਆਉਂਦਾ ਹੈ। ਇਹ ਵੀ ਇੱਕ ਗੱਲ ਨੂੰ ਦੇਖਿਆ ਜਾਣਾ ਚਾਹੀਦਾ, ਜੋ ਪ੍ਰੈਕਟੀਕਲ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਨੇ, ਇਹ 'ਚੋਂ ਪੋਲੀਟੀਸ਼ੀਅਨ ਨੂੰ ਤੇ ਬਾਕੀ ਨੂੰ ਸਬਕ ਸਿੱਖਣਾ ਚਾਹੀਦਾ ਜੀ। ਮੈਨੂੰ ਮੈਂ ਥੋੜਾ ਜਿਹਾ ਕਲੀਅਰ ਕਰਦੇ ਆ। ਇਹ ਪਹਿਲੀ ਕਿਲਿੰਗ ਉਸ ਕੇਸ ਦੇ ਵਿੱਚ ਨਿਰਕਾਰੀ ਚੀਫ ਦੀ ਹੈ, ਬਾਕੀ ਬੰਦੇ ਜਿਹੜੇ ਤੁਸੀਂ ਬਾਈ ਕਹਿ ਰਹੇ ਹੋ ਬਾਅਦ ਦੇ ਵਿੱਚ ਮਰਦੇ ਆ ਸਾਰੇ। ਪਹਿਲੀ ਉਹ ਹੈ, ਹਾਂ, ਬਾਕੀ ਸਾਰੇ ਉਸ ਤੋਂ ਬਾਅਦ ਦੇ ਵਿੱਚ। ਨੰਬਰ 2, ਇਹ ਜਿਹੜਾ ਕੇਸ ਅਪੀਲ ਉਹਦੀ ਫਾਈਲ ਨਾ ਕਰਦਾ ਫੈਸਲਾ ਸੀ, ਉਹ ਫਾਈਲ ਤੇ ਗਵਰਨਰ ਦਾ ਹੈਗਾ। ਬਾਦਲ ਸਰਕਾਰ ਨੇ ਫਾਈਲ ਤੇ ਫੈਸਲਾ ਲੈ ਲਿਆ ਸੀ ਅਪੀਲ ਫਾਈਲ ਕਰਨ ਦਾ, ਲੇਕਿਨ ਫਾਈਲ ਨਹੀਂ ਕੀਤੀ ਤੇ ਉਹਨਾਂ ਦੌਰਾਨ ਸਰਕਾਰ ਟੁੱਟ ਗਈ। ਫਿਰ ਇੱਕ ਡੈਲੀਗੇਸ਼ਨ ਨਿਰਕਾਰੀਆਂ ਦਾ ਗਵਰਨਰ ਨੂੰ ਮਿਲਿਆ ਤੇ ਗਵਰਨਰ ਨੇ ਉਹ ਫਾਈਲ ਤੇ ਸਾਈਨ ਕਰਤਾ ਕਿ ਹੁਣ ਇਹ ਅਪੀਲ ਨਹੀਂ ਕੀਤੀ ਜਾਏਗੀ ਤੇ ਉਹ ਫਾਈਲ ਕਲੋਜ਼ ਹੋ ਗਈ ਤੇ ਭਾਈ ਰਣਜੀਤ ਸਿੰਘ ਨੇ ਦੂਸਰੀ ਫਾਈਲ ਖੋਲਤੀ ਉਸ ਤੋਂ ਬਾਅਦ। ਜੀ ਸਰਦਾਰ ਜਸਪਾਲ ਸਿੰਘ ਸਿੱਧੂ ਜੀ, ਤੁਸੀਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਕਿ ਅਸੀਂ ਲਗਭਗ 18-19 ਮਿੰਟ ਦਾ ਸਫ਼ਰ ਤੈਅ ਕਰ ਆਏ ਆ ਤੇ ਅਸੀਂ ਤੁਹਾਡੇ ਕੋਲ ਥੋੜਾ ਜਿਹਾ ਲੇਟ ਆਏ ਆ। ਪਰ ਮੈਨੂੰ ਕਿਉਂਕਿ ਇਹਦੇ 2-3 ਐਂਗਲ ਆ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਇੱਕ ਇਸ ਦੌਰ ਦਾ ਐਸਾ ਮਾਮਲਾ ਹੈ, ਐਸਾ ਕੇਸ ਹੈ ਬੇਅਦਬੀ ਦਾ, ਜਿਹਨੇ ਪੂਰੀ ਪੋਲਿਟਿਕਸ ਚੇਂਜ ਕਰਤੀ, ਪੂਰਾ ਦ੍ਰਿਸ਼ ਹੀ ਬਦਲ ਦਿੱਤਾ ਪੰਜਾਬ ਦੀ ਪੋਲਿਟਿਕਸ ਦਾ। ਰਵਾਇਤੀ ਪਾਰਟੀਆਂ ਹੂੰਜ ਦਿੱਤੀਆਂ ਨੇ, ਉਹਨਾਂ ਦੇ ਚਿਹਰੇ ਨੰਗੇ ਹੋ ਗਏ। ਵੋਟਾਂ ਲਈ ਕੀਤੀ ਜਾਣ ਵਾਲੀ ਜੁਗਾੜਬੰਦੀ ਦੇ ਵਿੱਚੋਂ ਲੋਕਾਂ ਦਾ ਗੁੱਸਾ ਇਸ ਕਦਰ ਆ ਗਿਆ। ਹੁਣ ਜਿਸ ਤਰ੍ਹਾਂ ਸਟੇਟ ਰਿਐਕਟ ਕਰ ਰਹੀ ਆ, ਸਟੇਟ ਬਹੁਤ ਜ਼ਿੰਮੇਵਾਰੀ ਨਾਲ ਸਿੱਖ ਮਸਲਿਆਂ ਨੂੰ ਐਡਰੈਸ ਨਹੀਂ ਕਰ ਰਹੀ ਲੱਗਦੀ, ਜਾਂ ਉਹਨਾਂ ਦੀ ਕੁਵਤ ਨਹੀਂ, ਉਹਨਾਂ ਦੀ ਸਮਝ ਆਉਂਦੀ ਨਹੀਂ, ਜਿੱਦਾਂ ਆਪਾਂ ਗੱਲ ਕਰਦੇ ਰਹੇ ਹਾਂ। ਇਸ ਮਾਮਲੇ ਨੂੰ ਵੀ ਤਰਜੀਹੀ ਤੌਰ ਤੇ ਹੈਂਡਲ ਨਹੀਂ ਕੀਤਾ ਗਿਆ ਲੱਗਦਾ। ਜਿਹੜੀ ਸਾਡੀ ਏਜੀ ਦੀ ਐਡਵੋਕੇਟ ਜਨਰਲ ਦੀ ਟੀਮ ਆ, ਉਹਦੀ ਤਿਆਰੀ ਕੀ ਸੀ? ਜੇਕਰ ਅਭਿਸ਼ੇਕ ਮਨੂ ਸਿੰਘਵੀ ਵਰਗੇ ਵਕੀਲ ਗਵਰਨਰ ਦੇ ਮਾਮਲੇ 'ਚ ਖੜੇ ਕੀਤੇ ਜਾ ਸਕਦੇ, ਜਿਹੜਾ ਮਾਮਲਾ ਹੀ ਕੋਈ ਨਹੀਂ ਸੀ, ਤੇ ਇਹਨਾਂ ਮਾਮਲਿਆਂ 'ਚ ਕੌਣ ਖੜਾ ਹੋਇਆ, ਇਹ ਵੀ ਦੇਖਣ ਵਾਲੀ ਗੱਲ ਆ, ਕੌਣ ਹੋਇਆ। ਦੂਜੀ, ਕਿਉਂਕਿ ਮੈਨੂੰ ਪਤਾ ਨਹੀਂ, ਹੋ ਸਕਦਾ ਕੋਈ ਬਹੁਤ ਵੱਡੇ ਲੋਕ ਸ਼ਾਮਲ ਹੋਏ ਹੋਣ। ਸਰਕਾਰ ਤੇ ਵੀ ਹਰ ਪਾਊਗਾ ਕਿ ਪਹਿਲੇ ਲੋਕ ਜਿਨ੍ਹਾਂ ਨੇ ਗਲਤੀਆਂ ਕੀਤੀਆਂ, ਜਿਨ੍ਹਾਂ ਨੇ ਸਮੇਂ ਸਿਰ ਐਕਸ਼ਨ ਨਹੀਂ ਲਏ, ਜੇ ਉਹਨਾਂ ਨੂੰ ਸਜ਼ਾ ਮਿਲੀ ਆ ਤਾਂ ਤੁਹਾਨੂੰ ਵੀ ਇਹਦੇ 'ਚ ਬਰੀ ਨਹੀਂ ਕੀਤਾ ਜਾਣਾ। ਜਿਹੜੇ ਦੋਸ਼ੀ ਨੇ ਉਹ ਚੋਰ ਮੋਰੀਆਂ ਰਾਹੀਂ ਨਿਕਲਣ ਦੇ ਯਤਨ 'ਚ ਹੋਣ
ਤੇ ਉਹਦੇ ਵਿੱਚ ਸਟੇਟ ਨੇ ਆਪਣਾ ਪੂਰੀ ਤਾਕਤ ਲਾ ਕੇ ਲੋਕਾਂ ਦੇ ਵਿੱਚ ਭਰੋਸਾ ਬਹਾਲ ਕਰਨਾ ਹੁੰਦਾ ਕਿ ਇਨਸਾਫ ਮਿਲ ਰਿਹਾ ਤੇ ਮਿਲਦਾ ਦਿਸਣਾ ਵੀ ਚਾਹੀਦਾ। ਇਹਦੇ ਚ ਦੋ ਗੱਲਾਂ, ਇੱਕ ਤਾਂ ਮਹਿੰਦਰਪਾਲ ਬਿੱਟੂ ਦੇ ਸਾਜ਼ਿਸ਼ ਦੀ ਘਟਨਾ, ਕਤਲ ਦੀ ਸਾਜ਼ਿਸ਼ ਦੀ ਘਟਨਾ, ਉਹ ਐਕਚੁਅਲ ਸੀ, ਉਹ ਜਜ਼ਬਾਤੀ ਆਧਾਰ ਤੇ ਹੋਇਆ ਜਾਂ ਸਾਜ਼ਿਸ਼ਨ ਹੋਇਆ? ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਇਕੱਠਿਆਂ ਕਲੱਬ ਕਰਕੇ ਜਰਾ ਜ਼ਬਾਨ ਦਿਓ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਵੀ ਜਿਹੜੇ ਇਸ ਕਿਸਮ ਦੇ ਕੇਸ ਹੈ ਇਹਨਾਂ ਦੀ ਪੋਲੀਟੀਕਲ ਜਿਹੜੀਆਂ ਇੰਪਲੀਕੇਸ਼ਨ ਆ ਉਹ ਜ਼ਿਆਦਾ ਹੁੰਦੀਆਂ, ਕਿਉਂਕਿ ਇਹ ਬੇਅਦਬੀ ਦੇ ਪਿੱਛੇ ਬਿਲਕੁਲ ਕਲੀਅਰ ਹੈ ਵੀ ਪੋਲੀਟੀਕਲ ਪਰਸੈਪਸ਼ਨ ਦੇ ਲਈ ਇਹ ਹੋਇਆ ਸਾਰਾ ਕੁਝ। ਬੇਅਦਬੀ ਕਿਸੇ ਲੈਵਲ ਤੇ ਹੋਈ, ਕਿਵੇਂ ਕਰਾਈ ਗਈ, ਤੇ ਉਹਦਾ ਹੈਂਡਲ ਜਿਹੜਾ ਉਹਨੂੰ ਹੈਂਡਲ ਕਰਨਾ ਪਿਛਲੇ 7-8 ਸਾਲਾਂ 'ਚ ਜਿਹੜਾ ਉਹਨੂੰ ਸਾਰਾ ਉਹਦਾ ਤਾਂ ਹੋਇਆ, ਉਹ ਵੀ ਪੋਲੀਟੀਕਲ ਲੈਵਲ ਤੇ ਹੋਇਆ। ਬਾਦਲ ਗਵਰਨਮੈਂਟ ਨੇ ਕੀ ਕੀਤਾ, 2 ਸਾਲ ਜਿਹੜੇ ਉਹਦੇ ਕੋਲੇ ਸੀਗੇ, ਤੇ ਉਸ ਤੋਂ ਬਾਅਦ ਫਿਰ ਪੂਰੇ 5 ਸਾਲ ਇਹਨਾਂ ਨੇ ਕਾਂਗਰਸ ਪਾਰਟੀ ਨੇ ਕੀ ਕੀਤਾ, ਸਭ ਨੂੰ ਪਤਾ ਹੈਗਾ। ਇਹਦੇ ਵਿੱਚ ਕੋਈ ਹੈਂਡਲ ਨਹੀਂ ਕੀਤੀ। ਸਵਾਲ ਇਹ ਹੁੰਦਾ ਵੀ ਪਹਿਲਾਂ ਆਪਾਂ ਗੱਲ ਕਰ ਰਹੇ ਵੀ ਇਹ ਜਿਹੜਾ ਪੰਜਾਬ ਤੋਂ ਬਾਹਰ ਕੇਸ ਜਾਣਾ ਜਾਂ ਚੰਡੀਗੜ੍ਹ ਵੀ ਆ ਜਾਣਾ ਜਾਂ ਮੌਕੇ ਦੀ ਅਦਾਲਤ ਹੈ ਜਿਹੜੀ ਉੱਥੋਂ ਸ਼ਿਫਟ ਕਰ ਦੇਣਾ ਕਿਸੇ, ਤਾਂ ਉਹ ਫਿਰ ਮੈਨੂੰ ਹੀ ਲੱਗਦਾ ਵੀ ਪਿਛਲੀਆਂ ਗੱਲਾਂ ਵੀ ਭੁੱਲ ਜਾਂਦੇ ਆ ਅਸੀਂ। ਜਿਵੇਂ ਹੁਣ ਬਿਲਕੁਲ ਕਲੀਅਰ ਹੈ ਕਿ 4 ਜਨਵਰੀ 1980 ਨੂੰ ਕੇਸ ਦਾ ਫੈਸਲਾ ਹੋ ਗਿਆ। ਉਸ ਦੇ ਲਈ ਕੇਸ ਦਾ ਕੱਲਾ ਫੈਸਲਾ ਨਹੀਂ ਹੋਇਆ, ਜਿਹੜਾ ਸੈਸ਼ਨ ਜੱਜ ਸੀ RS ਗੁਪਤਾ, ਕਰਨਾਲ ਦਾ ਸੈਸ਼ਨ ਜੱਜ, ਉਹਨੇ ਪੰਜਾਬ ਗਵਰਨਮੈਂਟ ਨੂੰ ਤੇ ਪੰਜਾਬ ਪੁਲਿਸ ਨੂੰ ਫਿਟਕਾਰ ਲਾਈ ਸੀ ਵੀ ਬੇਕਸੂਰ ਵਿਅਕਤੀਆਂ ਦੇ ਵਿਰੁੱਧ ਝੂਠਾ ਮੁਕੱਦਮਾ ਪਰਚਾ ਕਿਉਂ ਦਰਜ ਕੀਤਾ ਗਿਆ। ਔਨ ਰਿਕਾਰਡ ਹੈ ਇਹ ਸਾਰਾ ਕੁਝ। ਇਸ ਕਰਕੇ ਸਵਾਲ ਤਾਂ ਇਹ ਹੈ ਵੀ ਇਹਦੇ ਬਾਵਜੂਦ ਵੀ ਤੁਸੀਂ ਫੈਸਲਾ ਕਰ ਲਿਆ ਵੀ ਉੱਪਰਲੀ ਅਦਾਲਤ ਜਾਣਾ, ਪੰਜਾਬ ਗਵਰਨਮੈਂਟ ਨੇ ਫਿਰ ਨਹੀਂ ਚੈਲੰਜ ਕੀਤਾ। ਚੈਲੰਜ ਨਹੀਂ ਕੀਤਾ, ਗਵਰਨਮੈਂਟ ਤੋੜੀ ਜਾਂਦੀ ਹੈ 17 ਫਰਵਰੀ ਨੂੰ, ਤਾਂ ਇਹਦਾ ਮਤਲਬ ਵਿਚਾਲੇ ਵੀ 1.25 ਮਹੀਨਾ ਹੈ, ਨਹੀਂ ਕੁਝ ਕੀਤਾ। ਇਹ ਦਿੱਲੀ ਡਾਇਲਿੰਗ ਜਿਹੜਾ ਹੁਣ ਵੀ ਐਵੇਂ ਹੀ, ਜਿਹੜਾ ਹੁਣ ਤੱਕ ਦਾ ਇਹ ਕੇਸ ਲਟਕਾਇਆ, ਫੈਸਲੇ ਨਹੀਂ ਕਰਨਾ ਹੁੰਦਾ, ਨਾ ਇਹਨਾਂ ਨੇ ਕਰਨਾ। ਇਹਦੇ ਵਿੱਚੋਂ ਪੋਲਿਟਿਕਸ ਕੱਢਣੀ ਹੁੰਦੀ ਹੈ, ਇਹ ਸਾਰੀ ਗੱਲ ਦੇ ਵਿੱਚੋਂ ਪੋਲਿਟਿਕਸ ਉਲਟੀ ਨਿਕਲਦੀ ਹੈ। ਇਸ ਕਿਸਮ ਦੇ ਰਿਲੀਜੀਅਸ ਮਸਲਿਆਂ ਨੂੰ ਜਿਵੇਂ ਤੁਸੀਂ ਇੱਕ ਡਾਇਰੈਕਸ਼ਨ ਦੇਣਾ ਚਾਹੁੰਦੇ ਆ ਵੋਟ ਬੈਂਕ ਦੀ, ਉਹ ਨਹੀਂ ਮਿਲਦੀ। ਉਹਦੀ ਤਾਂ ਉਲਟਾ ਕੰਮ ਵੀ ਪਹਿਲੇ ਵਾਰ ਹੋਇਆ 70 ਤੋਂ ਬਾਅਦ। ਤਾਂ ਤੁਸੀਂ ਇਹ ਦੇਖੋ ਵੀ ਉਸ ਵੇਲੇ ਅਕਾਲੀ ਦਲ ਦੀ ਜਿੰਨੀ ਤਾਂ ਲੰਬਾ ਸਮਾਂ ਗਵਰਨਮੈਂਟ ਰਹੀ, ਉਹਨਾਂ ਨੇ ਲੁਧਿਆਣਾ ਦੀ ਜਿਹੜੀ ਕਾਨਫਰੰਸ, ਅਕਾਲੀ ਕਾਨਫਰੰਸ ਕੀਤੀ, ਉਹ ਅਕਤੂਬਰ 28-29 ਨੂੰ ਕੀਤੀ 80 ਦੇ ਵਿੱਚ। ਉਦੋਂ ਤੱਕ ਕੋਈ ਐਕਸ਼ਨ ਨਹੀਂ ਲਿਆ ਕਿਸੇ, ਨਾ ਉਹ ਲੋਕ ਰੌਲਾ ਪਾਉਂਦੇ ਰਹੇ ਅਵਤਾਰ ਬਾਣੀ ਬੰਦ ਕਰੋ, ਜਿਹੜੇ ਇਹ ਨਿਰੰਕਾਰੀ ਸਮਾਗਮਾਂ 'ਚ ਕੁਛ ਨਹੀਂ ਉਹਨਾਂ ਨੇ ਕਿਸੇ ਕਿਸਮ ਦਾ ਕੀਤਾ। ਸਾਰਾ ਕੁਛ ਬੜਾ ਹਾਈਟੈਂਡ ਹੋ ਗਿਆ, ਬੜਾ ਲੋਕਾਂ ਦੇ ਭਾਵਨਾਵਾਂ ਹਾਈਟੈਂਡ ਹੋ ਗਿਆ। ਫੇਰ ਜਾ ਕੇ ਕਿਤੇ ਜਾ ਕੇ ਉਸ ਤੋਂ ਬਾਅਦ ਇਹ ਜਾ ਕੇ ਸਾਰਾ ਕੇਸ ਇੰਨੇ ਵਰੀ ਵੀ ਹੋ ਗਏ। ਵਰੀ ਹੋਣ ਤੋਂ ਬਾਅਦ ਫਿਰ ਗਵਰਨਮੈਂਟ ਵੀ ਟੁੱਟ ਗਈ। ਤਾਂ ਫਿਰ ਉਸ ਤੋਂ ਬਾਅਦ ਇਹ ਗਵਰਨਮੈਂਟ ਟੁੱਟਣ ਤੋਂ ਬਾਅਦ ਜਿਹੜਾ ਇਹਨਾਂ ਨੇ ਰੈਫਰੈਂਸ ਦਿੱਤਾ ਜਗਤਾਰ ਸਿੰਘ ਹੋਰਾਂ ਨੇ, ਇਹ ਠੀਕ ਹੈ। ਉਦੋਂ ਪਿੱਛੋਂ ਅਪ੍ਰੈਲ 'ਚ ਜਾ ਕੇ ਇੰਸੀਡੈਂਟ ਹੋਇਆ ਗੁਰਬਚਨ ਸਿੰਘ ਦਾ ਅਸੈਸੀਨੇਸ਼ਨ, ਮਰਡਰ, ਇਹ ਸਾਰਾ ਕੁਛ ਉਦੋਂ ਬਾਅਦ ਹੀ ਹੋਇਆ, ਸ਼ੁਰੂ ਹੋਇਆ। ਇੱਥੋਂ ਤੱਕ ਆ ਵੀ ਫੇਰ ਸਾਰਾ ਉਦੋਂ ਪਿੱਛੋਂ ਇਹ ਨਿਰੰਕਾਰੀਆਂ ਨੂੰ ਦੇ ਜਿਹੜੇ ਕਤਲ ਹੈ ਉਹ ਇੱਕ ਇਸ ਲੈਵਲ ਤੇ ਹੋਗਾ ਵੀ ਉਹਦਾ ਇੱਕ ਤੁਸੀਂ ਵੱਡਾ ਆਪਣੇ ਉਹਦਾ ਨਾਂ ਬਣਾਉਣ ਲਈ, ਜਿਵੇਂ ਹੁਣ ਕਿਸੇ ਬੱਬਰ ਖਾਲਸਾ ਵਾਲਿਆਂ ਨੇ ਕਿਹਾ ਵੀ ਅਸੀਂ 38 ਮਾਰਤੇ, ਅਸੀਂ 40 ਮਾਰਤੇ, ਸਾਰੇ ਅਸੀਂ ਮਾਰੇ ਆ। ਇਸ ਕਿਸਮ ਦੇ ਲੈਵਲ ਦੀ ਜਿਹੜੀ ਗੱਲ ਪਹੁੰਚ ਜਾਂਦੀ ਹੁੰਦੀ ਹੈ, ਇਹੀ ਡਰ ਲੱਗਦਾ ਕਿ ਸਾਰਾ ਕੁਝ ਇਸ ਕਿਸਮ ਤੇ ਨਾ ਹੋ ਜਾਵੇ। ਇਹ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ। ਤੇ ਅਸੀਂ ਤਾਂ ਉਮੀਦ ਤਾਂ ਇਸ ਗਵਰਨਮੈਂਟ ਤੋਂ ਤਾਂ ਘੱਟ ਕੀਤੀ ਜਾ ਸਕਦੀ, ਜਿਹੜੀ ਅਕਾਲੀਆਂ ਦੀ, ਕਾਂਗਰਸ ਦੀ ਇਸ ਨਾਂ ਤੇ ਜਿਹੜੇ ਜਿੱਤ ਕੇ ਆਏ ਉਹਨਾਂ ਨੇ ਵੀ ਹਜੇ ਤੱਕ ਕੁਝ ਕੀਤਾ ਨਹੀਂਗਾ। ਇਹ ਆਪਣੇ ਆਪ ਪੰਜਾਬ ਦੇ ਵਿੱਚ ਇੱਕ ਉਦੋਂ ਹੋਰ ਵੀ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਉਹਨਾਂ ਦਿਨਾਂ ਤੱਕ ਨਿਰੰਕਾਰੀਆਂ ਵਿਰੁੱਧ ਪੰਜਾਬ 'ਚ ਕਾਨਪੁਰ 'ਚ ਵੀ ਹੋਇਆ 78 ਅਪ੍ਰੈਲ ਵਿਸਾਖੀ ਤੋਂ ਅੰਮ੍ਰਿਤਸਰ ਦੀ ਘਟਨਾ ਤੋਂ ਬਾਅਦ। ਉਦੋਂ ਬਾਅਦ ਉਸੇ ਸਾਲ ਹੀ ਸਤੰਬਰ 'ਚ 13 ਬੰਦੇ ਕਾਨਪੁਰ ਮਾਰੇ ਗਏ ਸੀਗੇ। 74 ਪੁਲਿਸ ਫਾਇਰਿੰਗ ਦੇ ਵਿੱਚ ਜ਼ਖਮੀ ਹੋ ਗਏ ਸੀਗੇ। ਉੱਥੋਂ ਦੇ ਸਿੱਖਾਂ ਨੇ ਮਤਲਬ ਕਿ ਨਿਰੰਕਾਰੀਆਂ ਵਿਰੁੱਧ ਕੀਤਾ। ਦਿੱਲੀ 'ਚ ਵੀ ਹੋਇਆ। ਇਹ ਸਾਰਾ ਕੁਝ ਲਗਾਤਾਰ ਹੁੰਦਾ ਰਿਹਾ, ਪਰ ਪੰਜਾਬ ਗਵਰਨਮੈਂਟ ਇੱਥੇ ਕੋਈ ਕਿਸੇ ਚੀਜ਼ ਦੀ ਟੈਕਲ ਕਰਨ ਦੀ ਕੋਸ਼ਿਸ਼ ਬਾਦਲ ਗਵਰਨਮੈਂਟ ਨੇ ਕੀਤੀ ਨਹੀਂ। ਇਹ ਸਾਰਾ ਕੁਝ ਜਿਹੜਾ ਲੱਗਦਾ ਹੁੰਦਾ ਵੀ ਪੋਲਿਟਿਕਸ ਦੀ ਹੈ। ਜਿਵੇਂ ਹੁਣ ਇਹ ਇੱਕ ਕੇਸ ਹੁਣ ਦੇਖੋ, ਜਦੋਂ 2007 ਦੇ ਵਿੱਚ ਕੇਸ ਦਰਜ ਹੋਇਆ ਡੇਰਾ ਮੁਖੀ ਦੇ ਵਿਰੁੱਧ, ਉਸ ਦਾ ਜਾ ਕੇ ਕੋਈ ਚਲਾਨ ਨਹੀਂ ਪੇਸ਼ ਹੋਇਆ। 12 ਜਦੋਂ ਇਲੈਕਸ਼ਨ ਆ ਗਈ 2012 ਚ, ਉਦੋਂ ਕੁਝ ਦਿਨ ਪਹਿਲਾਂ ਵਾਪਸ ਕਰਾ ਲਿਆ। ਬਾਦਲ ਸਰਕਾਰ ਸੀ, ਉਦੋਂ ਕੇਸ ਵਾਪਸ ਹੋ ਗਿਆ, ਚਲਾਨ ਹੀ ਨਹੀਂ ਪੇਸ਼ ਕੀਤਾ।
ਇਹ ਸਾਰਾ ਕੁਝ ਪੋਲਿਟਿਕਸ ਲਈ ਵਰਤਿਆ ਜਾ ਰਿਹਾ ਹੈ, ਔਰ ਇਹ ਬੜੀ ਮਾੜੀ ਪੋਲਿਟਿਕਸ ਹੈ। ਇਸ ਕਿਸਮ ਦੀ ਜਿਹੜੀ ਪੋਲਿਟਿਕਸ, ਭਾਵਨਾਤਮਕ ਪੋਲਿਟਿਕਸ ਨੂੰ ਤੁਸੀਂ ਇਮੋਸ਼ਨਲ ਪੋਲਿਟਿਕਸ ਨੂੰ ਹੈਂਡਲ ਕਰਨਾ, ਇਹਦੇ ਕਿਹੜੇ ਪਾਸੇ ਕੋਈ ਨਿਕਲ ਜੇ ਇਹ ਕੁਝ ਕਹਿ ਨਹੀਂ ਸਕਦੇ। ਪਰ ਮੁੱਦੇ ਦੀ ਗੱਲ ਨਹੀਂ ਕਰਨੀ ਇਹਨਾਂ ਨੇ, ਇਸੇ ਕਰਕੇ ਸਰਕਾਰ ਨੇ ਬਿਲਕੁਲ ਕੇਸ ਨਹੀਂ ਲਿਆ। ਇੱਥੇ ਹੀ ਇਹ ਜਿਹੜਾ ਤੁਸੀਂ ਕਿਹਾ ਫਾਸਟ ਟਰੈਕ ਰਾਹੀਂ ਕੇਸ ਦਾ ਸੈਟਲਮੈਂਟ ਹੋਣੀ ਚਾਹੀਦੀ ਸੀ, ਤੇ ਖਾਸ ਕਰਕੇ ਆਮ ਆਦਮੀ ਕਰਨਾ ਚਾਹੁੰਦੀ ਸੀ। ਤਾਂ ਹੁਣ ਇਹਨਾਂ ਨੇ ਸਾਰਾ ਕੁਝ ਫਿਰ ਉਸੇ ਲੈਵਲ ਤੇ ਪਹੁੰਚ ਗਿਆ, ਤੇ ਇਸ ਕਰਕੇ ਕੋਈ ਬਹੁਤ ਇਹ ਜਿਹੜਾ ਸ਼ਿਫਟ ਕਰ ਦੇਣਾ ਕੇਸ ਜਾਂ ਅਲਾਉ ਕਰ ਦੇਣਾ ਪੰਜਾਬ ਤੋਂ ਫਰੀਦਕੋਟ ਤੋਂ ਸ਼ਿਫਟ ਕਰਨ ਦਾ, ਇਹਦੇ ਪੋਲੀਟੀਕਲ ਇੰਪਲੀਕੇਸ਼ਨ ਮਾੜੇ ਨਿਕਲ ਸਕਦੇ ਆ, ਕੋਈ ਚੰਗੇ ਨਿਕਲਣ ਦੀ ਉਮੀਦ ਨਹੀਂ ਹੈ। ਸਰਦਾਰ ਜਗਤਾਰ ਸਿੰਘ ਜੀ, ਜਦੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਚੰਡੀਗੜ੍ਹ ਸੰਭਾਵਿਤ ਤੌਰ ਤੇ, ਇਹ ਸਾਡੇ ਸਰੋਤ ਦੱਸ ਰਹੇ ਸੀਗੇ, ਅਜੇ ਇਹਦੀ ਪੁਸ਼ਟੀ ਨਹੀਂ ਹੋ ਰਹੀ। ਅਦਾਲਤੀ ਸਰੋਤਾਂ ਤੋਂ ਅਸੀਂ ਕੋਸ਼ਿਸ਼ ਤਾਂ ਕੀਤੀ ਹੈ, ਪਰ ਇਹਦੇ ਉੱਤੇ ਕੋਈ ਫਾਈਨਲ ਹਰਫ ਕਲੀਅਰ ਨਹੀਂ ਹੋ ਰਿਹਾ ਕਿ ਚੰਡੀਗੜ੍ਹ ਹੀ ਸ਼ਿਫਟ ਹੋ ਰਿਹਾ ਕਿ ਨਹੀਂ। ਚਲੋ ਇਸ ਗੱਲ ਨੂੰ ਆਪਾਂ ਫਾਰ ਦਾ ਟਾਈਮ ਬੀਇੰਗ ਪਾਸੇ ਰੱਖ ਦਿੰਦੇ ਆ। ਲੇਕਿਨ ਦੂਜੀ ਗੱਲ ਕਿ ਜਿਹੜੇ ਦੂਜੇ ਦੋ ਕੇਸ ਨੇ, ਜਿਹੜੇ ਦੋ ਕੇਸ ਜਿਹੜੇ ਗੋਲੀ ਕਾਂਡ ਨਾਲ ਨੇ, ਜਿਹੜੇ ਉਸ ਤੋਂ ਬਾਅਦ ਹੁਣ ਬਹੁਤ ਕ੍ਰੂਸ਼ਲ ਸਟੇਜ ਦੇ ਉੱਤੇ ਆ, ਪੂਰੀ ਪੋਲਿਟਿਕਸ ਤੇ ਬਹੁਤ ਅਸਰ ਹੋ ਰਿਹਾ। ਅੱਜ ਵੀ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਸੀ ਉਹਦੇ ਸੰਦਰਭ ਦੇ ਵਿੱਚ। ਉਹ ਵੀ ਲੋਕ ਫਿਰ ਵੱਡੀ ਅਦਾਲਤ ਕੋਲ ਜਾਣਗੇ ਇਸ ਮਾਮਲੇ 'ਚ ਕਿ ਨਹੀਂ ਜੀ? ਇਹਦੇ ਨਾਲ ਇੱਕ ਡਿਲੇ ਟੈਕਟਸ ਵੀ ਤਾਂ ਆ ਹੀ ਜਾਂਦਾ, ਇਹਦੇ ਨਾਲ ਇੱਕ ਦੇਰੀ ਤਾਂ ਹੁੰਦੀ ਆ। ਦੇਖੋ, ਵੱਡੀ ਅਦਾਲਤ ਵਿੱਚ ਜਾਣਾ ਉਹਨਾਂ ਦਾ ਰਾਈਟ ਹੈ। ਉਹ ਪਹਿਲਾਂ ਵੀ ਗਏ ਸੀ, ਚਾਰਜ ਸ਼ੀਟ ਆਪਣੀ ਉਹਨਾਂ ਨੇ ਹਾਈ ਕੋਰਟ ਤੋਂ ਕੈਂਸਲ ਕਰਵਾਈ ਸੀ ਕੰਵਰ ਵਿਜੇ ਪ੍ਰਤਾਪ ਵਾਲੀ, ਹੁਣ ਵੀ ਚਲੇ ਜਾਣਗੇ। ਮੈਂ ਇੱਕ ਗੱਲ ਹੋਰ ਨਾਲ ਕਹਿਣਾ ਹੁੰਦਾ ਕਿ ਲੋਕਾਂ ਨੇ ਤਾਂ ਫਤਵਾ ਦੇ ਦਿੱਤਾ ਹੈ, ਜਿਹੜੇ ਇਹ ਸਿਆਸੀ ਅਕਿਊਜ਼ ਸੀ ਇਹਨਾਂ ਬਾਰੇ, ਖਾਸ ਕਰਕੇ ਬਾਦਲ ਪਰਿਵਾਰ ਬਾਰੇ। ਬਾਦਲ ਸਾਹਿਬ ਇਸ ਉਮਰ 'ਚ ਆ ਕੇ ਅਖੀਰਲੀ ਇਲੈਕਸ਼ਨ ਆਪਣੀ ਹਾਰ ਜਾਣ, ਇਸ ਤੋਂ ਵੱਡਾ ਫਤਵਾ ਉਹਨਾਂ ਬਾਰੇ ਹੋਰ ਕੀ ਹੋਣਾ ਹੈ। ਔਰ ਪੰਥ ਰਤਨ ਫਖਰੇ ਕੌਮ ਹੋਣ, ਇੰਨੀ ਵਾਰ 5 ਵਾਰ ਮੁੱਖ ਮੰਤਰੀ ਰਹੇ ਹੋਣ, ਸਾਰੀ ਉਮਰ 'ਚ ਉਸ ਤੋਂ ਪਹਿਲਾਂ ਸਿਰਫ ਇੱਕ ਵਾਰੀ ਇਲੈਕਸ਼ਨ ਹਾਰੇ ਹੋਣ, ਤੇ ਉਮਰ ਦੇ ਅਖੀਰ ਤੇ ਆ ਕੇ ਲੋਕਾਂ ਨੇ ਅਲਟੀਮੇਟਲੀ ਉਹਨਾਂ ਨੂੰ ਸਜ਼ਾ ਦੇਤੀ। ਹੁਣ ਕਾਨੂੰਨ ਸਜ਼ਾ ਦੇਵੇ ਜਾਂ ਨਾ ਦੇਵੇ ਉਹ ਹੁਣ ਮੈਟਰ ਨਹੀਂ ਕਰਦੀ। ਇਤਿਹਾਸ ਦੇ ਵਿੱਚ ਉਹਨਾਂ ਦਾ ਕਿਸ ਢੰਗ ਨਾਲ ਜਾਏਗਾ ਇਹ ਆਪਣੇ ਸਭ ਦੇ ਸਾਹਮਣੇ। ਸੋ ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਕੁਦਰਤ ਦਾ ਇਨਸਾਫ ਹੈ ਉਹ ਹੋ ਗਿਆ। ਹੁਣ ਉਹ ਹਾਇਰ ਕੋਰਟ ਜਾਣ, ਆਪਣੇ ਟ੍ਰਾਂਸਫਰ ਕਰਨ ਵਾਸਤੇ ਕੇਸ ਜਾਂ ਇਹਨੂੰ ਰਿਜੈਕਟ ਕਰਾਉਣ ਵਾਸਤੇ, ਉਹ ਵੱਖਰਾ ਇਸ਼ੂ ਹੈ। ਲੇਕਿਨ ਇੱਕ ਗੱਲ ਜ਼ਰੂਰ ਹੈ, ਜਿਸ ਢੰਗ ਨਾਲ ਇਹ ਕੇਸ ਸ਼ਿਫਟਿੰਗ ਵਾਲਾ ਇਹ ਸਰਕਾਰ ਨੇ ਹੈਂਡਲ ਕੀਤਾ ਹੈ, ਉਹਦੇ ਨਾਲ ਬਾਕੀ ਦੋ ਕੇਸਾਂ ਤੇ ਇਹਨਾਂ ਦੀ ਇੰਟੈਂਸ਼ਨ ਦਾ ਕੁਐਸਚਨ ਮਾਰਕ ਲੱਗ ਗਿਆ ਹੈ। ਜੇ ਉਸੇ ਤਰੀਕੇ ਨਾਲ ਹੀ ਇਹ ਜਿਹੜੀਆਂ ਚਾਰਜ ਸ਼ੀਟਾਂ ਫਾਈਲ ਹੋ ਗਈਆਂ, ਇਹਨਾਂ ਨੇ ਇਹਦੀ ਪੈਰਵੀ ਕੀਤੀ ਅਦਾਲਤ ਦੇ ਵਿੱਚ, ਤੇ ਕੀ ਇਹਨਾਂ ਦਾ ਹਸ਼ਰ ਵੀ ਇਸ ਤਰ੍ਹਾਂ ਹੀ ਹੋਏਗਾ? ਗੱਲ ਇਹ ਜੀ। ਸਰਦਾਰ ਹਮੀਰ ਸਿੰਘ ਜੀ, ਕਿਉਂਕਿ ਇਹ ਮਾਮਲੇ ਆਖਰਕਾਰ ਤਾਂ ਕਾਨੂੰਨੀ ਟੀਮ ਨੇ ਹੀ ਲੜਨੇ ਨੇ ਤੇ ਦੇਖਣੇ ਨੇ, ਔਰ ਜਿਸ ਤਰੀਕੇ ਨਾਲ ਬਾਈਬਲ ਮੋਰਚੇ ਵਾਲੇ ਸ਼ੁਕਰਾਨਾ ਕਰ ਰਹੇ ਆ, ਉਹਨਾਂ ਨੇ ਪਾਠ ਰਖਵਾ ਲਿਆ, 6 ਤਰੀਕ ਨੂੰ ਸਮਾਪਨ ਸਮਾਰੋਹ ਹੈ। ਉਸ ਤੋਂ ਬਾਅਦ ਜੇਕਰ ਸਿਰਫ ਚਾਰਜ ਸ਼ੀਟ ਤੱਕ ਦਾਇਰ ਕਰਨ ਤੱਕ ਹੀ ਪ੍ਰਾਪਤੀ ਮੰਨ ਕੇ ਸਰਕਾਰ ਆਪਣੀ ਪਿੱਠ ਥਾਪੜ ਲੂਗੀ, ਮੋਰਚੇ ਉਠਾ ਲੂਗੀ, ਪਰ ਅਖੀਰ ਦੇ ਵਿੱਚ ਟਰਾਇਲ ਦੌਰਾਨ ਤੇ ਬਾਕੀ ਮੌਕਿਆਂ ਦੇ ਉੱਤੇ ਉਧਰ ਧਿਆਨ ਨਹੀਂ ਜਾਊਗਾ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਗਵਰਨਮੈਂਟ ਨੂੰ ਕੁਝ ਬਹੁਤ ਵੱਡੇ ਵਕੀਲ ਹਾਇਰ ਕਰ ਲੈਣੇ ਚਾਹੀਦੇ ਆ? ਜੇਕਰ ਬਿਨਾਂ ਮਤਲਬ ਦੀ ਮੁੱਛ ਦਾ ਸਵਾਲ ਬਣਾ ਕੇ, ਇਸ ਵੇਲੇ ਨੱਕ ਦਾ ਸਵਾਲ ਬਣਾ ਕੇ, ਘੱਟੋ ਘੱਟ ਉਹ 2-4 ਕਰੋੜ ਰੁਪਈਆ ਤੇ ਸੁਪਰੀਮ ਕੋਰਟ 'ਚ ਵਕੀਲਾਂ ਨੂੰ ਦਿੱਤਾ ਹੀ ਹੋਊਗਾ, ਸਾਰੇ ਇੱਕ ਤਾਮ-ਝਾਮ ਦੇ ਵਿੱਚ ਉੱਥੇ ਖਰਚ ਸਕਦੇ ਆ। ਤੇ ਜਿੱਥੇ ਲੋਕ ਭਾਵਨਾਵਾਂ ਜੁੜੀਆਂ ਨੇ, ਇਸ ਨਜ਼ਰੀਏ ਤੋਂ ਪ੍ਰੈਸ਼ਰ ਇਸ ਸਰਕਾਰ ਤੇ ਵਧੂਗਾ। ਇਸ ਸਰਕਾਰ ਦੇ ਵਿੱਚ ਸਿੱਖ ਮਾਮਲੇ ਐਡਰੈਸ ਕਰਨ ਲਈ ਕੋਈ ਘੱਟੋ ਘੱਟ ਕੋਈ ਤਾਂ ਇਸ ਤਰ੍ਹਾਂ ਦੀ ਹਾਈ ਪਾਵਰ ਕਮੇਟੀ ਜਾਂ ਇਹਨਾਂ ਦੇ ਪੋਲੀਟੀਕਲ ਕੋਈ ਬੰਦੇ ਲੱਭ ਕੇ ਜੇ ਕੋਈ ਹੋਣ ਤਾਂ ਉਹ ਰੱਖੇ ਜਾ ਸਕਦੇ ਆ। ਕੀ ਕਹਿੰਦੇ ਹੋ? ਦੇਖੋ, ਪੰਜਾਬ ਦੇ ਵਿੱਚ ਜਿਹੜੀ ਕਾਨੂੰਨੀ ਟੀਮ ਹੈ, ਇਹਦਾ ਬਹੁਤ ਵਾਰ ਬੜਾ ਰੌਲਾ ਚੱਲਿਆ। ਜਦੋਂ ਚੰਨੀ ਸਰਕਾਰ ਆਈ ਸੀ ਉਦੋਂ ਵੀ ਤੁਹਾਡੇ ਸਾਹਮਣੇ ਆ ਕਿ ਐਡਵੋਕੇਟ ਜਨਰਲ ਕਿਵੇਂ ਬਦਲੇ, ਤੇ ਜਦੋਂ ਇਹ ਸਰਕਾਰ ਆਈ ਉਦੋਂ ਵੀ ਕਿਵੇਂ ਬਦਲੇ ਗਏ ਹੈ ਨਾ। ਜਦੇ ਬਦਲਣ ਦਾ ਜਿਹੜਾ ਸਵਾਲ ਅੱਜ ਆ ਲੱਗ ਗਿਆ ਜੀ, ਅੱਜ ਫਲਾਣੇ ਨੂੰ ਮਨਜ਼ੂਰ ਨਹੀਂ। ਔਰ ਇੱਕ ਗੱਲ ਇਹ ਕਲੀਅਰ ਹੈ ਕਿ ਜਿਹੜੇ ਮੌਜੂਦਾ ਐਡਵੋਕੇਟ ਜਨਰਲ ਨੇ ਉਹ ਡੇਰਾ ਮੁਖੀ ਦੇ ਜ਼ਿਆਦਾਤਰ ਕੇਸਾਂ ਦੀ ਸੁਣਵਾਈ ਦੇ ਵਕੀਲ ਨੇ ਰਹੇ ਨੇ। ਹੁਣ ਹੈ ਨੇ ਕੋਈ ਨਹੀਂ, ਹੁਣ ਤਾਂ ਕਿਉਂਕਿ ਇੱਧਰ ਐਡਵੋਕੇਟ ਜਨਰਲ ਆ ਗਏ, ਉਹਨਾਂ ਦੇ ਕੋਈ ਨੇੜਲੇ ਬੰਦੇ ਲੜ ਰਹੇ ਹੋਣਗੇ ਉਹਨਾਂ ਕੇਸਾਂ ਨੂੰ ਵੀ।
ਤਾਂ ਚਾਹੇ ਉਹ ਪੂਰੇ ਪ੍ਰੋਫੈਸ਼ਨਲ ਆਦਮੀ ਹੋਣ, ਜੋ ਮਰਜ਼ੀ ਹੋ, ਇੱਕ ਡਾਊਟ ਹਮੇਸ਼ਾ ਹੀ ਬਣਿਆ ਰਹੂਗਾ ਇਸ ਸਾਰੇ ਮਾਹੌਲ ਦੇ ਵਿੱਚ, ਇੱਕ ਪੋਲੀਟੀਕਲ ਸਿਸਟਮ ਦੇ ਵਿੱਚ, ਕਿ ਜਿਹੜੇ ਲਗਾ ਨੇ, ਤੁਸੀਂ ਆਪਾਂ ਜਦੋਂ ਦੇਖਦੇ ਆ ਕਿ ਜੱਜਾਂ ਦੇ ਵਿੱਚ ਰਿਕਿਊਜ਼ ਕਰ ਜਾਂਦੇ ਨੇ ਜੱਜ, ਜੇ ਕਿਸੇ ਦਾ ਵਕੀਲ ਕਦੇ ਰਿਹਾ ਹੋਵੇ, ਉਹਦੇ ਕੋਲ ਬਤੌਰ ਜੱਜ ਉਹ ਕੇਸ ਆਏ, ਇਹਦੇ ਤੇ ਐਡਵੋਕੇਟ ਜਨਰਲ ਦਾ ਅਜੇ ਤੱਕ ਕੋਈ ਓਪਨ ਬਿਆਨ ਨਹੀਂ, ਜਿਵੇਂ ਅਸੀਂ ਕੌਣ ਬੰਦੇ ਆ, ਕੌਣ ਇਹਨਾਂ ਤੋਂ ਅਲੱਗ ਆ, ਕੌਣ ਇੰਡੀਪੈਂਡੈਂਟ ਵਕੀਲ ਇਹਨੂੰ ਲੜ ਰਹੇ ਨੇ ਸਾਡੇ, ਕਿਹੜੇ ਉਹ ਵਕੀਲ ਨੇ ਜਿਹੜੇ ਉਹਦੇ ਮਾਮਲੇ, ਇਹ ਪੰਜਾਬ ਗਵਰਨਮੈਂਟ ਨੂੰ ਕਲੀਅਰ ਕਰਨਾ ਪਏਗਾ ਪੋਲੀਟੀਕਲੀ, ਆਪਣੀ ਛਵੀ ਤੇ ਆਪਣੀ ਸਾਖ ਬਚਾਉਣ ਦੇ ਉਸ ਮਾਮਲੇ ਦੇ ਵਿੱਚ। ਤਾਂ ਇਹਦਾ ਉਹਨਾਂ ਕੋਲ ਜਵਾਬ ਕੀ ਹੋਏਗਾ ਪੋਲੀਟੀਕਲੀ, ਕਿ ਤੁਸੀਂ ਕਿਹੜੇ ਵਕੀਲ ਸੁਪਰੀਮ ਕੋਰਟ ਪੇਸ਼ ਕੀਤੇ ਜਦੋਂ ਇਹ ਮਾਮਲਾ ਸੀ, ਤੁਸੀਂ ਇਹ ਡਿਫੈਂਡ ਕਿਉਂ ਨਹੀਂ ਕਰ ਪਾਏ ਕਿ ਉੱਥੇ ਕਿਹੜੀ ਲਾ ਐਂਡ ਆਰਡਰ ਦੀ ਐਡੀ ਸਿਚੁਏਸ਼ਨ ਹੈ, ਕਿੰਨੇ ਬੰਦੇ ਤੋਂ ਪਹਿਲਾਂ ਵੀ ਬਾਕੀ ਸਟੇਟਾਂ 'ਚ ਮਰਦੇ ਨੇ, ਇੱਧਰ ਉੱਧਰ ਕਿੰਨੇ ਮਾਮਲੇ ਨੇ, ਕਿਹੜੇ ਕੇਸਾਂ 'ਚ ਕਿੰਨੇ ਇੱਧਰ ਉੱਧਰ ਹੋ ਗਏ। ਮੈਨੂੰ ਲੱਗਦਾ 2020 'ਚ ਸ਼ਾਇਦ ਸੁਪਰੀਮ ਕੋਰਟ ਨੇ ਤਾਂ ਹੀ ਨਹੀਂ ਸ਼ਿਫਟ ਕੀਤਾ, ਕੋਈ ਪਲੀ ਲਈ ਹੋਏਗੀ ਉੱਥੇ, ਕੁਝ ਵਕੀਲਾਂ ਨੇ ਇੱਧਰ ਲਿਆਣੇ, ਉਹ ਆ ਸੇਮ ਕੇਸ ਸੀ। ਉਦੋਂ ਬਾਅਦ ਇੱਕ ਮਰਡਰ ਹੋਰ ਹੁੰਦਾ ਨਾ, ਬਾਕੀ ਮਰਡਰ ਤਾਂ ਪਹਿਲਾਂ 7 ਕੇਸ ਦੇ ਵਿੱਚ ਇਨਵੋਲਵ ਵੱਖ-ਵੱਖ ਜਿਹੜੇ ਜਾਂਚਾਂ ਦੇ ਵਿੱਚ ਆਏ ਨੇ, 7 ਕਤਲ ਹੋਏ ਨੇ ਹੁਣ ਤੱਕ ਡੇਰਾ ਮੁਖੀਆਂ ਦੇ ਵੀ, ਡੇਰਾ ਪ੍ਰੇਮੀਆਂ ਦੇ ਵੀ, ਜਿਹੜੇ ਵੱਖ-ਵੱਖ ਨੇ, ਜਿਹੜੇ ਕਈ ਪ੍ਰੋਮੀਨੈਂਟ ਰੂਪ ਚ ਨਹੀਂ ਆਏ, 2 ਪ੍ਰੋਮੀਨੈਂਟ ਤੌਰ ਤੇ ਉੱਭਰ ਕੇ ਸਾਹਮਣੇ ਆਏ ਨੇ, ਪਰ ਉਦੋਂ ਤੱਕ ਇਹ ਗੱਲ ਨਹੀਂ ਬਣੀ ਸੀ। ਇਸ ਕਰਕੇ ਇਹ ਸਵਾਲ ਪੋਲੀਟੀਕਲੀ ਖੜਾ ਹੈ ਕਿ ਕੀ ਤੁਹਾਨੂੰ ਪੰਜਾਬ ਦੇ ਵਿੱਚੋਂ, ਪੰਜਾਬ ਦੇ ਸਰੋਕਾਰਾਂ ਨਾਲ ਜੁੜਿਆ ਹੋਇਆ, ਸਿੱਖ ਸੈਕਸੀ ਨੂੰ ਸਮਝਣ ਵਾਲਾ, ਬਾਕੀ ਦੀਆਂ ਚੀਜ਼ਾਂ ਨਾਲ ਜੁੜੇ ਨਹੀਂ ਲੱਭਦੇ ਕੋਈ ਵੀ ਇਸ ਲੈਵਲ ਦੇ ਕਾਨੂੰਨ ਦੇ ਟੌਪ ਦੇ ਬੌਸ ਹੋਣ, ਜਾਂ ਡਿਫਰੈਂਟ, ਜਾਂ ਐਗਜੈਕਟਿਵ ਦੇ ਟੌਪ ਦੇ ਬੌਸ ਹੋਣ, ਜਾਂ ਡਿਫਰੈਂਟ ਟਾਈਪ ਦੇ ਮਾਮਲੇ ਹੋਣ ਜਿੱਥੇ ਸੁਲਝਾਉਣੇ ਹੁੰਦੇ ਨੇ ਉਹਨਾਂ ਨੂੰ। ਇਹ ਇੱਕ ਕੁਐਸਚਨ ਹੈ, ਔਰ ਇਹਦਾ ਜਵਾਬ ਚੀਫ ਮਿਨਿਸਟਰ ਭਗਵੰਤ ਮਾਨ ਜਾਂ ਦਿੱਲੀ ਦੀ ਕੇਜਰੀਵਾਲ ਦੀ ਟੀਮ, ਦੋਨਾਂ ਚੋਂ ਕਿਹੜੀ ਦੇਊਗੀ ਪੰਜਾਬ ਨੂੰ, ਇਹ ਇੱਕ ਅਲੱਗ ਸਵਾਲ ਹੈ ਕਿ ਉਹ ਕਿਵੇਂ ਦਿੰਦੀ ਹੈ। ਜਾਂ ਐਡਵੋਕੇਟ ਜਨਰਲ ਸਾਹਿਬ ਆਪਣੇ ਬਿਹਾਫ ਤੇ ਆਪਣੇ ਉਸ ਮਾਮਲੇ ਦੇ ਵਿੱਚ ਦੇਣਗੇ ਕਿ ਜੀ ਹਾਂ ਇਹੋ ਜਿਹਾ ਕੋਈ ਮਾਮਲਾ ਨਹੀਂ, ਉਹਨਾਂ ਨੇ ਪੂਰਾ ਕੇਸ ਲੜਿਆ, ਜਾਂ ਲੜਨਗੇ, ਜਾਂ ਬਾਕੀ ਦੇ ਕੇਸਾਂ ਦਾ ਕੀ ਬਣੂਗਾ ਜੀ। ਔਰ ਇਹਦੇ ਤੋਂ ਵੀ ਜ਼ਿਆਦਾ ਮੇਰੇ ਖਿਆਲ ਨਾਲ ਲੀਗਲ ਤੋਂ ਵੀ ਜ਼ਿਆਦਾ ਫਿਰ ਇਹ ਪੋਲੀਟੀਕਲ ਫੈਸਲੇ ਨੇ, ਅਪਾਇੰਟਮੈਂਟਾਂ ਪੋਲੀਟੀਕਲ ਨੇ, ਬਾਕੀ ਜ਼ਿਆਦਾ ਪੋਲੀਟੀਕਲ ਚੀਜ਼ਾਂ ਹੁੰਦੀਆਂ ਨੇ ਉਸੇ ਮਾਮਲੇ ਦੇ ਵਿੱਚ। ਔਰ ਇਸੇ ਕਰਕੇ ਜਿਹੜੇ ਬਾਦਲ ਸਰਕਾਰ ਦਾ ਕੁਐਸਚਨ ਸੀ, ਜਿਵੇਂ ਇਹਨਾਂ ਨੇ ਕਿਹਾ ਵੀ ਸਵਾ ਡੇਢ ਮਹੀਨਾ ਤੁਸੀਂ ਟਪਾ ਕੇ ਮਤਲਬ ਲਗਾਤਾਰ ਜਾ ਰਹੇ ਹੋ, ਜੇ ਜਾਣਾ ਹੁੰਦਾ ਤਾਂ ਤੁਸੀਂ ਚਲੇ ਜਾਂਦੇ, ਇਹ ਬਹੁਤ ਅਰਜੈਂਟ ਮਾਮਲੇ ਹੁੰਦੇ ਨੇ ਔਰ ਐਡੇ ਸੈਂਟੀਮੈਂਟ ਦੇ ਮਾਮਲੇ ਹੁੰਦੇ ਨੇ, ਸੁਪਰੀਮ ਕੋਰਟ ਚਲੇ ਜਾਂਦੇ। ਉਹ ਤਾਂ ਜਦ ਗਵਰਨਰ ਰੂਲ ਲੱਗ ਗਿਆ ਤਾਂ ਗਵਰਨਰ ਆਊਗਾ, ਉਦੋਂ ਬਾਅਦ ਚੋਣ ਹੋਗੀ ਤਾਂ ਉਦੋਂ ਬਾਅਦ ਕੋਈ ਕੁਛ ਕਰੇ, ਉਦੋਂ ਗਵਰਨਰ ਦਾ ਕੋਈ ਰੋਲ ਨਹੀਂ ਹੈ। ਮੇਰਾ ਖਿਆਲ ਹੋ ਸਕਦਾ ਕਿ ਗਵਰਨਰ ਰਿਜੈਕਟ ਕਰੇ, ਜਦੋਂ ਇਲੈਕਟਡ ਗਵਰਨਮੈਂਟ ਹੈ, ਜਦੋਂ ਚੀਫ ਮਿਨਿਸਟਰ ਚਾਹੇ ਕਿ ਅਸੀਂ ਚਲੇ ਜਾਣਾ, ਸਾਡੇ ਵਕੀਲਾਂ ਨੇ ਉੱਥੇ ਦਰਖਾਸਤ ਪਾਤੀ ਹੈ ਉਸ ਸਾਰੇ ਮਾਮਲੇ ਦੇ ਵਿੱਚ। ਔਰ ਮੈਂ ਇਹ ਰਿਕਾਰਡ ਤਾਂ ਉਹਦੇ ਤੇ ਕਰਦਾ, ਪੂਰਨ ਸਿੰਘ ਜਿਹੜੇ ਸੀਨੀਅਰ ਐਡਵੋਕੇਟ ਜਿਹੜੇ ਇਸ ਟ੍ਰਾਇਲ ਦੇ ਵਿੱਚ ਜੁੜੇ ਰਹੇ ਲਗਾਤਾਰ, 2021 ਦੀ ਡਿਟੇਲਡ ਇੰਟਰਵਿਊ ਹੈ, ਉਹ ਇਹ ਦਾਅਵਾ ਕਰ ਰਹੇ ਨੇ ਕਿ ਆਹ ਚੀਜ਼ਾਂ ਜਿਹੜੀਆਂ ਨੇ ਨਹੀਂ ਉੱਥੇ ਉਸ ਲੈਵਲ ਦੇ ਉੱਤੇ ਜਿਹੜੀਆਂ ਹੋਈਆਂ। ਔਰ ਇਸੇ ਕਰਕੇ ਇਹ ਚੀਜ਼ਾਂ ਦੇ ਵਿੱਚ ਵੀ ਹੁਣ ਇੱਕ ਗੱਲ ਤਾਂ ਇਹ ਵੀ ਹੋ ਸਕਦੀ ਹੈ ਫਿਰ ਕਿ ਟ੍ਰਾਇਲ ਛੇਤੀ ਹੋ ਜਾਊਗਾ, ਜਿਵੇਂ ਕਰਨਾਲ 'ਚ 2 ਸਾਲ ਤੋਂ ਵੀ ਘੱਟ ਨਿਬੜ ਗਿਆ ਸੀ, ਹੋ ਸਕਦਾ ਇੱਥੇ 2 ਸਾਲ ਤੋਂ ਘੱਟ ਨਿਬੇੜ ਦੋ, ਪਰ ਟ੍ਰਾਇਲ 'ਚ ਜਸਟਿਸ ਦਾ ਸਵਾਲ ਕੀ ਹੈ, ਹੁੰਦਾ ਨਹੀਂ ਹੁੰਦਾ, ਉੱਥੇ ਗਵਾਹ ਕੀ ਹੁੰਦੇ ਨੇ, ਇਹ ਸਵਾਲ ਤਾਂ ਖੜਾ ਹੀ ਰਹੂਗਾ ਨਾ ਉਹਦੇ ਨਾਲ ਜੁੜਿਆ ਹੋਇਆ। ਔਰ ਹੁਣ ਲੋਕਾਂ ਦਾ ਭਰੋਸਾ ਜਿਹੜਾ ਹੁੰਦਾ ਹੈ ਉਹ ਕੱਲੇ ਕੇਸਾਂ ਦੀ ਜੱਜਮੈਂਟ ਆਉਣ ਤੇ ਨਹੀਂ ਖੜਾ ਹੁੰਦਾ, ਬਹੁਤ ਕੁਝ ਸੋਸ਼ਲੀ ਬੈਕਗ੍ਰਾਉਂਡ ਦੇ ਵਿੱਚ ਉਹਨਾਂ ਦੇ ਦਿਮਾਗਾਂ ਦੇ ਵਿੱਚ ਜੁੜੀ ਹੋਈ ਚੀਜ਼ ਹੁੰਦੀ ਹੈ, ਜਿਹਦੇ ਨਾਲ ਜੋੜ ਕੇ ਹੀ ਤੁਹਾਨੂੰ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਪੰਜਾਬ ਦੇ ਵਿੱਚ। ਔਰ ਜੇ ਬਿਲਕੁਲ ਵੀ ਮੰਨ ਲਓ ਬਾਦਲਾਂ ਦਾ ਕੋਈ ਕਸੂਰ ਡਾਇਰੈਕਟਲੀ ਨਾ ਵੀ ਹੋਵੇ, ਸਿੱਧੇ ਤੌਰ ਤੇ ਵੀ ਹੁਕਮ ਦਿੱਤਾ ਚਲਾਓ, ਪਰ ਪਰਸੈਪਸ਼ਨ ਤਾਂ ਬਣ ਗਈ ਭਾਈ ਤੁਸੀਂ ਰੂਲਰ ਸੀਗੇ, ਤੁਸੀਂ ਕਾਰਵਾਈ ਕੀ ਕੀਤੀ, ਮੌਕੇ ਤੇ ਕੀ ਕੀਤਾ, ਉਸ ਮੌਕੇ ਤੇ ਬੰਦੇ ਫੜੇ ਨਹੀਂ ਫੜੇ, ਟ੍ਰਾਇਲ ਜਲਦੀ ਚਲਾਇਆ ਨਹੀਂ ਚਲਾਇਆ, ਕਿਹੜੇ ਦੋਸ਼ੀਆਂ ਨੂੰ ਕੀ ਕੀਤਾ, ਇਹਨਾਂ 'ਚ ਤਾਂ ਉਹਨਾਂ ਦੇ ਲਈ ਲੋਕਾਂ ਦੀ ਇੱਕ ਪਰਸੈਪਸ਼ਨ ਬਣੀ ਹੋਈ ਹੈ ਨਾ। ਉਸ ਪਰਸੈਪਸ਼ਨ ਨੇ ਹੁੰਜ ਕੇ ਰੱਖਤੇ। ਉਸ ਪਰਸੈਪਸ਼ਨ ਦਾ ਜ਼ਿਕਰ ਸਰਦਾਰ ਜਗਤਾਰ ਸਿੰਘ ਕਰ ਰਹੇ ਕਿ ਉਮਰ ਦੇ ਇਸ ਪੜਾਅ ਤੇ ਆ ਕੇ ਤੁਹਾਡੀ ਸਲਤਨਤ ਹੀ ਲੁੱਟੀ ਜਾਵੇ, ਬੰਦਾ ਕਦੇ ਹਾਰਨ ਦਾ ਕਿਆਸ ਵੀ ਨਹੀਂ ਕਰ ਸਕਦਾ, ਸੋਚ ਵੀ ਨਹੀਂ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਹਾਰ ਜਾਣਗੇ। ਸੁਖਬੀਰ ਸਿੰਘ ਬਾਦਲ ਸਭ ਤੋਂ ਸੇਫ ਸੁਰੱਖਿਅਤ ਜਲਾਲਾਬਾਦ ਲੱਭ ਲੈਂਦੇ, ਉੱਥੋਂ ਵੀ ਬਹੁਤ ਭਾਰੀ ਗਿਣਤੀ 'ਚ ਹਾਰ ਜਾਂਦੇ, ਬਹੁਤ ਵੱਡੇ ਥੰਮ ਡਿੱਗੇ। ਤੇ ਇਹ 2 ਵਿਅਕਤੀਆਂ ਦਾ ਹਾਰ ਜਾਣਾ ਮੇਰੇ ਖਿਆਲ ਅਕਾਲੀ ਦਲ ਹਜਮ ਕਿੱਦਾਂ ਕਰ ਗਿਆ ਇਹ ਸਮਝ ਨਹੀਂ ਆਈ, ਪਰ ਇਹੀ ਲੋਕ ਧਾਰਾ ਹੁੰਦੀ ਆ ਜਿਹੜੀ ਆਪਣੇ ਵੇਗ 'ਚ ਕਈ ਕੁਝ ਹੜਾ ਕੇ ਲੈ ਜਾਂਦੀ ਆ। ਸਰਦਾਰ ਜਸਪਾਲ ਸਿੰਘ ਸਿੱਧੂ ਜੀ ਜਦੋਂ ਇਹ ਗਵਰਨਮੈਂਟ ਹੋਂਦ ਵਿੱਚ ਆਉਂਦੀ ਆ ਤੇ ਉਦੋਂ ਇਹਨਾਂ ਕੋਲ 2 ਕੇਸ ਕੋਰਟਾਂ ਦੇ ਨਜ਼ਰੀਏ ਤੋਂ ਅਹਿਮ ਸੀ, ਇੱਕ ਨਸ਼ਿਆਂ ਵਾਲਾ, ਦੂਜਾ ਬੇਅਦਬੀ ਵਾਲਾ, ਤੀਜਾ ਕੋਈ ਮਾਮਲਾ ਨਹੀਂ ਸੀ। ਐਡਵੋਕੇਟ ਜਨਰਲ ਦੀ ਨਿਯੁਕਤੀ ਇਹਨਾਂ 2 ਮਾਮਲਿਆਂ ਦੇ ਉੱਤੇ ਆ ਕੇ ਟਿਕ ਜਾਂਦੀ ਆ। ਇਸ ਤੋਂ ਪਹਿਲਾਂ ਚੰਨੀ ਦੀ ਸਰਕਾਰ ਵੇਲੇ ਨਵਜੋਤ ਸਿੰਘ ਸਿੱਧੂ ਪੂਰੀ ਲੱਤ ਅੜਾ ਕੇ ਫਸ ਗਏ ਸੀ ਕਿ ਮੈਨੂੰ ਉਹ ਬੰਦਾ ਚਾਹੀਦਾ ਜਿਹੜਾ ਬੇਅਦਬੀ ਔਰ ਇਹਨਾਂ 2 ਮਾਮਲਿਆਂ ਦੇ ਵਿੱਚ ਲੱਤ ਡਾ ਕੇ ਖੜ ਸਕੇ। ਇਹੀ ਰੌਲੇ ਪੈ ਗਏ ਔਰ
ਜਸਟਿਸ ਕੁਲਦੀਪ ਸਿੰਘ ਦਾ ਪੁੱਤਰ ਤੇ ਉਸ ਤੋਂ ਬਾਅਦ ਅਨਮੋਲ ਰਤਨ ਸਿੰਘ ਸਿੱਧੂ ਤੇ ਉਸ ਤੋਂ ਬਾਅਦ ਵਿਨੋਦ ਕਈ, ਤੇ ਜਦੋਂ ਵਿਨੋਦ ਕਈ ਸਾਹਿਬ ਦੀ ਨਿਯੁਕਤੀ ਹੁੰਦੀ ਹੈ ਤੇ ਉਦੋਂ ਫਿਰ ਇੱਕ ਪਾਸਿਓਂ ਹੋ ਹੱਲਾ ਮੱਚ ਜਾਂਦਾ ਕਿ ਇਹ ਤਾਂ ਡੇਰਾ ਸਿਰਸਾ ਨਾਲ ਜੁੜੇ ਕੇਸ ਲੜਦੇ ਆ, ਤੇ ਫਿਰ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਸਫਾਈਆਂ ਵੀ ਆਉਂਦੀਆਂ। ਅੱਜ ਦੇ ਦਿਨ ਦੇ ਵਿੱਚ ਇਸ ਕੇਸ ਦਾ ਸਟੇਟ ਵੱਲੋਂ ਹਰ ਜਾਣਾ ਇੱਕ ਪ੍ਰਸ਼ਨ ਚਿੰਨ੍ਹ ਤਾਂ ਰਹੂਗਾ। ਅਸੀਂ ਨਹੀਂ ਲਾਵਾਂਗੇ, ਕੋਈ ਹੋਰ ਲਾਊਗਾ, ਹੋਰ ਨਹੀਂ ਲਾਊਗਾ, ਕੋਈ ਹੋਰ ਲਾਊਗਾ। ਅਜੇ ਤੱਕ ਪੋਲੀਟੀਕਲ ਜਮਾਤਾਂ ਨੇ ਇਹਦੇ ਉੱਤੇ ਗੱਲ ਕਰਨੀ ਸ਼ੁਰੂ ਨਹੀਂ ਕੀਤੀ। ਅਕਾਲੀ ਦਲ ਤੇ ਮੇਰਾ ਖਿਆਲ ਕਰੂਗਾ ਹੀ ਕਿਉਂ। ਹੁਣ ਇੱਥੇ ਜਿੱਥੇ ਅਸੀਂ ਖੜੇ ਆ, ਇੱਥੋਂ ਅੱਗੇ ਕੀ? ਆਖਰੀ ਗੱਲ, ਆਖਰੀ ਤੁਹਾਡੇ ਆਪਾਂ ਜਿਹੜੇ ਕਮੈਂਟ ਤੋਂ ਬਾਅਦ ਖਤਮ ਕਰਦੇ ਹਾਂ। ਆਖਰੀ ਗੱਲ, ਪਹਿਲੀ ਗੱਲ ਤਾਂ ਇਹ ਵੀ ਜਿਸ ਤਰੀਕੇ ਨਾਲ ਘਈ ਨੂੰ ਲਿਆਉਣਾ, ਪਤਾ ਸਾਰੀ ਗੱਲ ਦਾ, ਕੇਸ ਹੈਂਡਲ ਕਰ ਰਿਹਾ ਉਹ ਇਸ ਕੇਸ ਵਾਲੇ ਡੇਰਾ ਸਰਸੇ ਵਾਲੇ, ਪਹਿਲਾਂ ਉਹਨਾਂ ਦਾ ਵਕੀਲ ਰਿਹਾ, ਉਹਨੂੰ ਲਿਆਉਣਾ ਫਿਰ ਰੱਖਣਾ, ਅਨਮੋਲ ਰਤਨ ਸਿੱਧੂ ਨੂੰ ਉਤਾਰਨਾ, ਇਹ ਸਾਰਾ ਕੁਛ ਹੀ ਇੱਕ ਪੋਲੀਟੀਕਲ ਨਜ਼ਰੀਏ ਤੋਂ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਪਤਾ ਵੀ ਲੱਗ ਰਿਹਾ ਨਾਲ ਨਾਲ ਵੀ ਇਹ ਸਾਰਾ ਕੁਝ ਬਿਲਕੁਲ ਸਿੱਧਾ ਸਾਦਾ ਨਹੀਂ ਹੈ, ਇਹਦੇ ਪਿੱਛੇ ਮੰਤਵ ਹੈ। ਉਸੇ ਗੱਲ ਤੇ ਕਰਕੇ ਹੀ ਆ ਕੇਸ ਹਾਰ ਜਾਣਾ ਜਾਂ ਸ਼ਿਫਟ ਕਰ ਜਾਣਾ ਤੇ ਜਾਂ ਫਾਸਟ ਟਰੈਕ ਤੇ ਨਾ ਲੈ ਕੇ ਜਾਣਾ। ਕੇਸਾਂ ਦੀ ਢਿੱਲੀ ਡੈਲਿੰਗ ਕਰਨਾ, ਵੇਖੋ ਸਵਾਲ ਇਹ ਆ, ਸਿੱਧੀ ਸਪਸ਼ਟ ਗੱਲ ਹੈ, ਅੱਜ ਕੱਲ ਵੋਟ ਬੈਂਕ ਦੀ ਇੰਨੀ ਪੋਲਿਟਿਕਸ ਜ਼ੋਰ ਫੜੀ ਹੈ, ਉਹਦੇ ਚ ਇਨਸਾਫ ਜਿਹੜਾ ਕਿ ਉਹ ਵਿਚਾਲੇ ਰੁੜ ਜਾਂਦਾ, ਉਹਦੇ ਤੇ ਕਵਰ ਅਪ ਪੈ ਜਾਂਦਾ। ਹੁਣ ਇਹ ਆ ਵੀ ਜੇ ਇੱਥੇ ਸਿੱਖਾਂ ਨੂੰ ਇਨਸਾਫ ਦੇਣ ਦੀ ਖਾਤਰ ਜੇ ਉਦੋਂ ਵੱਡੀ ਹਿੱਸੇ 'ਚ ਲੱਗੇ ਵੀ ਇਦੋਂ ਜ਼ਿਆਦਾ ਸਾਡਾ ਵੋਟਾਂ ਦਾ ਨੁਕਸਾਨ ਹੋਊ ਤਾਂ ਉਹ ਫਿਰ ਲਟਕਾਉਂਦੇ ਰਹਿਣਗੇ। ਇੱਕ ਪਾਸੇ ਵੱਡੇ ਨਾਅਰੇ ਦੇ ਕੇ ਜਾਣਗੇ, ਦੂਜੇ ਪਾਸੇ ਉਹਦਾ ਇਨਸਾਫ ਹੁੰਦਾ ਨਹੀਂ ਜਾਂ ਲਮਕਾਇਆ ਜਾਊਗਾ। ਇਹੀ ਹੁਣ ਤੱਕ ਪ੍ਰੋਸੈਸ ਚੱਲਿਆ। ਨਹੀਂ ਤਾਂ ਇਹ ਸੀਗਾ ਵੀ ਜੇ ਕਿਤੇ ਬੇਅਦਬੀ ਹੋ ਗਈ ਸੀ ਜੂਨ 2015 ਨੂੰ ਤਾਂ 4.5 ਮਹੀਨੇ ਉਦੋਂ ਬਾਦਲ ਕਿਉਂ ਲਟਕਾਈ ਗਿਆ ਸਾਰਾ ਕੁਝ? ਉਹ ਪੋਲੀਟੀਕਲ ਕੈਲਕੂਲੇਸ਼ਨਾਂ, ਗਿਣਤੀਆਂ ਮਿਣਤੀਆਂ ਕਰਦੇ ਰਹੇ। ਇਹ ਸਾਰਾ ਪੋਲੀਟੀਕਲ ਗਿਣਤੀਆਂ ਮਿਣਤੀਆਂ ਦੇ ਸਾਰੇ, ਇੱਥੇ ਨਰੋਲ ਕੋਰਟ ਦਾ ਕੇਸ ਨਹੀਂ ਹੈ। ਈਵਨ ਮਰਡਰ ਦੇ ਬਾਵਜੂਦ ਵੀ, ਭਾਵੇਂ ਬੇਸ਼ੱਕ ਬਹਿਬਲ ਕਲਾਂ ਦੇ ਵਿੱਚ 2 ਮਰਡਰ ਦਾ ਕੇਸ ਹੈ, ਦੇਖਿਆ ਜਾਏਗਾ SIT ਦੇ ਹੁਣ ਇਦੋਂ ਪਿੱਛੋਂ ਕੀ ਕਰਦੇ ਆ। ਮਰਡਰ ਤੋਂ ਬਗੈਰ ਵੀ ਇਹ ਪੋਲੀਟੀਕਲ ਸਾਰਾ ਕੇਸ ਹੈ, ਇਹਦੇ ਵਿੱਚ ਪੋਲਿਟਿਕਸ ਹੀ ਦੇਖੀ ਜਾਂਦੀ ਹੈ। ਤੇ ਇਸ ਕਰਕੇ ਆਉਂਦੇ ਟਾਈਮ ਦੇ ਵਿੱਚ ਮੈਨੂੰ ਇਹ ਪੋਲੀਟੀਕਲ ਜਿਹੜਾ ਪਹਿਲੇ ਨਿਰੰਕਾਰੀ ਤੇ ਸਿੱਖ ਕਲੈਸ਼ ਵਾਲਾ ਪੋਲਿਟਿਕਸ ਚੱਲੀ ਹੈ, ਉਸ ਕਿਸਮ ਦੀ ਚਲੋ ਵੱਖਰੀ ਪੋਲਿਟਿਕਸ ਹੋਊ, ਉਸ ਤੋਂ ਤਾਂ ਉਹਦਾ ਰਿਪੀਟ ਤਾਂ ਹੁੰਦਾ ਨਹੀਂ, ਪਰ ਇਹ ਪੋਲੀਟੀਕਲ ਗੱਲ ਹੀ ਰਹੇਗੀ ਤੇ ਪੋਲਿਟਿਕਸ ਹੀ ਇਹਦੇ ਤੇ ਕੋਈ ਫੈਸਲਾ ਕਰੇਗੀ, ਅਦਰਵਾਈਜ਼ ਨਹੀਂ ਕਰਨਾ। ਕੋਰਟਾਂ ਤੋਂ ਕੋਈ ਉਮੀਦ ਨਹੀਂ ਹੁੰਦਾ। ਪਹਿਲੀ ਗੱਲ, ਇਹੋ ਜਿਹੇ ਸੌਫਟ ਕੇਸ ਦੇ ਵਿੱਚ, ਸੈਂਟੀਮੈਂਟ ਦੇ ਕੇਸ ਦੇ ਵਿੱਚ ਉਹ ਕੋਰਟਾਂ ਦੇ ਇਹ ਜੁਰਿਸਡਿਕਸ਼ਨ 'ਚ ਹੁੰਦਾ ਹੀ ਨਹੀਂ ਇਹ ਸਾਰਾ ਕੇਸ। ਇਸੇ ਕਰਕੇ ਲੋਕ ਆਪਦੇ ਫੈਸਲੇ ਕਰਨ ਲੱਗ ਜਾਂਦੇ ਆ, ਮਾਰ ਮਰਾਈ ਤੇ ਕਤਲੋ ਗੈਰਤ ਸ਼ੁਰੂ ਹੋ ਜਾਂਦੀ ਆਪਸ ਵਿੱਚ ਦੀ, ਕਿਉਂਕਿ ਇਹਦੇ ਫੈਸਲੇ ਕੋਰਟਾਂ ਰਾਹੀਂ ਨਹੀਂ ਹੁੰਦੇ। ਇਹ ਤਾਂ ਅਸੀਂ ਮਰਡਰ ਵਾਲੇ ਹੋ ਜਾਣ ਇੰਨਾ ਕੀ ਬਹੁਤ ਹੈ, ਜਾਂ ਹੋਰ ਫੌਜਦਾਰੀ ਦੇ ਕੇਸਾਂ ਦੇ ਫੈਸਲੇ ਹੋ ਜਾਣ ਲਾ ਐਂਡ ਆਰਡਰ ਦੇ ਪੁਆਇੰਟ ਆਫ ਵਿਊ ਤੋਂ, ਇਹਦਾ ਫੈਸਲਾ ਇਹਨਾਂ ਨੇ ਨਾ ਕਰਨਾ, ਨਾ ਹੋਇਆ, ਨਾ ਪਹਿਲਾਂ ਦਾ ਹੋਇਆ। ਤੇ ਇਸ ਕਰਕੇ ਸਾਡਾ, ਮੈਨੂੰ ਤਾਂ ਇਹੀ ਲੱਗਦਾ ਵੀ ਇਹ ਫੈਸਲਾ ਫਿਊਚਰ ਇਹ ਹੈ ਕਿ ਇਹ ਪੋਲੀਟੀਕਲ ਗਿਣਤੀਆਂ ਮਿਣਤੀਆਂ ਦੀ ਭੇਟ ਹੀ ਚੜਿਆ ਰਹੇਗਾ। ਪੋਲੀਟੀਕਲ ਗਿਣਤੀਆਂ ਮਿਣਤੀਆਂ ਦੇ ਵਿੱਚੋਂ ਕੋਈ ਮੁੱਖ ਮੰਤਰੀ ਵਜੋਂ ਲੈ ਜਾਂਦਾ ਤੇ ਕੋਈ ਮੁੱਖ ਮੰਤਰੀ ਬਣ ਜਾਂਦਾ। ਸੁਖਬੀਰ ਸਿੰਘ ਬਾਦਲ ਦਾ ਸੁਪਨਾ ਮਰ ਜਾਂਦਾ, ਮੁੱਖ ਮੰਤਰੀ ਬਣਦਾ। ਬਾਦਲ ਸਾਹਿਬ ਵੱਡੇ ਮੁੱਖ ਮੰਤਰੀਸ਼ਿਪ ਆਖਰੀ ਵਾਰ ਕਰਦੇ ਆ, ਉਸ ਤੋਂ ਬਾਅਦ ਉਸ ਦੌਰ ਦੇ ਵਿੱਚ, ਤੇ ਇਹਦੇ ਚ ਤੀਜੇ ਵਿਅਕਤੀ ਗੇਨ ਕਰਦੇ ਆ ਕੈਪਟਨ ਅਮਰਿੰਦਰ ਸਿੰਘ। ਤੇ ਕੈਪਟਨ ਅਮਰਿੰਦਰ ਸਿੰਘ ਦੇ ਕੈਰੀਅਰ ਦਾ ਬੜਾ ਮਾੜਾ ਅੰਤ ਹੁੰਦਾ, ਉਹ ਵੀ ਸ਼ਾਇਦ ਕਿਆਸਿਆ ਨਹੀਂ ਸੀ, ਤੇ ਭਗਵੰਤ ਮਾਨ ਸਾਹਿਬ ਨੂੰ ਕੁਰਸੀ ਮਿਲ ਜਾਂਦੀ ਆ। ਕਿਸੇ ਨੂੰ MLA-ਸ਼ਿਪ ਵੀ ਇੱਥੋਂ ਮਿਲ ਜਾਂਦੀ ਤੇ ਕਿਸੇ ਦੀ MLA-ਸ਼ਿਪ ਇਹਦੇ ਚੋਂ ਚਲੇ ਵੀ ਜਾਂਦੀ ਆ। ਹੁਣ ਆਪਾਂ ਇਹਨਾਂ ਨਾਵਾਂ ਥਾਵਾਂ 'ਚ ਨਾ ਜਾਈਏ, ਲੇਕਿਨ ਸਰਦਾਰ ਜਗਤਾਰ ਸਿੰਘ ਜੀ, ਆਖਰੀ 2 ਲਾਈਨਾਂ ਨਾਲ ਇਹਨੂੰ ਸਮ ਅਪ ਕਰ ਦਿਓ ਜੀ। ਪੰਜਾਬ ਦੇ ਲੋਕ ਆਪਣੇ ਆਪ ਕਈ ਵਾਰੀ ਫਿਰ ਫੈਸਲਾ ਕਰਨ ਲੱਗ ਪੈਂਦੇ ਆ। ਤਾਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਇਹਨਾਂ ਲੋਕਾਂ ਨੇ ਇਤਿਹਾਸ ਤੋਂ ਕੁਝ ਸਿੱਖਿਆ ਨਹੀਂ। ਇਹ ਜ਼ਰੂਰੀ ਨਹੀਂ ਕਿ ਇਤਿਹਾਸ ਉਸ ਢੰਗ ਨਾਲ ਹੀ ਆਪਣੇ ਆਪ ਨੂੰ ਰਿਪੀਟ ਕਰੇ, ਲੇਕਿਨ ਇੱਕ ਗੱਲ ਧਿਆਨ ਰੱਖਣੀ ਚਾਹੀਦੀ ਹੈ ਕਿ 1980 ਦੇ ਵਿੱਚ ਪੰਜਾਬ ਨਾਰਮਲ ਸਟੇਟ ਸੀ। ਅੱਜ 2023 ਦੇ ਵਿੱਚ ਪੰਜਾਬ ਨਾਰਮਲ ਨਹੀਂ ਹੈ। ਹੁਣ ਲਗਾਤਾਰ ਇੱਕ ਜਿਹੜਾ ਡਰ ਹੈ ਉਹ ਪੈਦਾ ਕੀਤਾ ਜਾ ਰਿਹਾ ਵੀ ਖਾਲਿਸਤਾਨ ਬਣ ਗਿਆ, ਪਾਕਿਸਤਾਨ ਇਨਵੋਲਵ ਹੈ ਜੀ, ਫਲਾਣੇ ਏਜੰਸੀ ਇਨਵੋਲਵ ਹੈ। ਜਦੋਂ ਬੈਕਗਰਾਊਂਡ ਇਹ ਚੱਲ ਰਹੀ ਹੋਵੇ, ਉਸ ਸਟੇਜ ਤੇ ਇਹੋ ਜਿਹੇ ਸੈਂਸਿਟਿਵ ਮਾਮਲਿਆਂ ਨੂੰ ਮਿਸਹੈਂਡਲ ਕਰਨਾ, ਇਹਦੀ ਕੀਮਤ ਇਸ ਸਟੇਟ ਨੂੰ ਬਹੁਤ ਜੜੀ ਪੈ ਸਕਦੀ ਹੈ। ਬਹੁਤ ਮਿਹਰਬਾਨੀ। ਥੈਂਕ ਯੂ। ਸ਼ੁਕਰੀਆ।